जग रचना सब छूट है, जान ले हो ये मीत, कहना नक थिर नार है, कहना नक थिर नार है, जो बालू की पीत, जो बालू की पीत, सब किस जीवत को विवहार, सब किस जीवत को विवहार, सब किस जीवत को विवहार, मात पिता मात पिता पाई सुत बंधप, आरिफुन घृ की नार, आरिफुन घृ की नार, सब किस जीवत को विवहार, सब किस जीवत को तन ते प्राण होत जब न्यारे, तन ते प्राण, तन ते प्राण, तन ते प्राण होत जब न्यारे, तीरथ प्रीत पुकार, तीरथ प्रीत पुकार, आध करी कौन है राखे, आध करी आध करी आध करी आध करी कौन राखे, करते धीत निकार, करते देख निकार, सब किस जीवत को विवहार, सब किस जीवत को विवहार,
जो जग रचना यह मृग तृष्णा, जो जग रचना यह देखो हृदय विचार, देखो हृदय विचार। कहो नानक नानक, कहो नानक नानक, कहो नानक। भज राम नाम नित, कहो नानक। भज राम नाम नित, जाते होत उधार, जाते होत उधार। सब किछ जीवत को व्यवहार, सब किछ जीवत को व्यवहार। मात पिता मात पिता, पाई सुत बंधप, और फुन गृह किनार, और फुन गृह किनार। सब किछ जीवत को व्यवहार, सब किछ जीवत को व्यवहार, जीवत को व्यवहार, जीवत को व्यवहार। सब किछ जीवत को व्यवहार। बाणी गुरु गुरु है बाणी, विच बाणी अमृत सारे। गुरबाणी कहे सेवक जन मानै, परतखे गुरु निस्तारे। देव गंधारी महला नौवा, सब किछ जीवत को व्यवहार। मात पिता पाई सुत बंधप, और फुन ग्रह किनार। सब किछ जीवत को व्यवहार। मात पिता पाई सुत बंधप, और फुन ग्रह किनार। रहाओ तन ते प्राण होत जब न्यारे, तेरत प्रेत पुकार। आध कड़ी को न राखै, करते देत निकार। मृग तृष्णा ज्यों जग रचना, यह देखो हृदय विचार। कहो नानक भज राम नाम नित, जाते होत उधार।
मृग तृष्णा ज्यों जग रचना, यह देखो हृदय विचार। कहो नानक भज राम नाम नित, जाते होते उधार। ਇਹ ਸ਼ਬਦ ਗੁਰੂ ਤੇਗ ਬਹਾਦਰ ਸਾਹਿਬ ਦੁਆਰਾ ਉਚਾਰਿਆ ਗਿਆ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰਬਰ 536 ਤੇ ਸੁਸ਼ੋਭਿਤ ਹੈ। ਆਓ ਅਸੀਂ ਪਹਿਲੇ ਰਹਾਉ ਦੀ ਪੰਕਤੀ ਨੂੰ ਸਮਝੀਏ, ਕਿਉਂਕਿ ਰਹਾਉ ਦੀ ਪੰਕਤੀ ਸ਼ਬਦ ਦਾ ਸੈਂਟਰਲ ਆਈਡੀਆ ਦੱਸਦੀ ਹੈ ਤੇ ਫਿਰ ਉਸ ਰਹਾਉ ਦੇ ਆਧਾਰ ਤੇ ਅਸੀਂ ਬਾਕੀ ਦੇ ਸ਼ਬਦ ਨੂੰ ਸਮਝਾਂਗੇ। ਸਭ ਕਿਛ ਜੀਵਤ ਕੋ ਵਿਵਹਾਰ, मात पिता पाई सुत बंधप, और फुन ग्रह किनार। एक एग्जाम्पल ले लो कि एक मनुख है, एक बंदा है जो बड़ा ही अग्रेसिव ਰਹਿੰਦਾ ਹੈ ਪੂਰਾ ਟਾਈਮ। ਉਹਦਾ ਆਚਰਣ ਬਿਲਕੁਲ ਅੱਛਾ ਨਹੀਂ ਹੁੰਦਾ। ਉਹਦਾ ਗੱਲ ਕਰਨ ਦਾ ਤਰੀਕਾ ਲੈ ਲਓ, ਉਹ ਘਰ 'ਚ ਹੋਏ, ਆਫਿਸ 'ਚ ਹੋਏ, ਕਿਤੇ ਵੀ ਹੋਏ, ਸਿਰਫ ਗਾਲਾਂ ਨਾਲ ਗੱਲ ਕਰਦਾ ਹੈ। ਬੜਾ ਹੀ ਰੂਡ ਬੰਦਾ ਹੈ, ਉਹ ਕਿਸੇ ਦੀ ਗੱਲ ਮੰਨਦਾ ਨਹੀਂ ਹੈ। ਹੁਣ ਇਸ ਤਰ੍ਹਾਂ ਦੇ ਬੰਦੇ ਨਾਲ ਅਸੀਂ ਜੇ ਇੱਕ ਵਾਰੀ ਗੱਲ ਕਰਨੀ ਹੈ, 2 ਵਾਰੀ ਗੱਲ ਕਰਨੀ ਹੈ, ਚਲੋ ਠੀਕ ਹੈ। ਪਰ ਜੇ ਕੰਟੀਨਿਊਅਸਲੀ ਮੈਂ ਇਸ ਤਰ੍ਹਾਂ ਦੇ ਬੰਦੇ ਨਾਲ ਡੀਲ ਕਰਨਾ ਹੈ, ਇਟਸ ਵੈਰੀ ਡਿਫਿਕਲਟ, ਬਹੁਤ ਔਖਾ ਹੈ ਕਿ ਇਸ ਤਰ੍ਹਾਂ ਦੇ ਬੰਦੇ ਨਾਲ ਡੀਲ ਕੀਤਾ ਜਾ ਸਕੇ। ਇੱਕ ਹੋਰ ਐਗਜ਼ਾਮਪਲ ਲੈ ਲਓ, ਸਮਝ ਲਓ ਇੱਕ ਫੁੱਟਬਾਲ ਟੀਮ ਹੈ। ਇੱਕ ਫੁੱਟਬਾਲ ਟੀਮ 'ਚ at a time there are 11 people playing, suppose 11 players खेल रहे हैं। it is necessary कि जो set of rules ने, जो philosophy, जो strategy decide ਕੀਤੀ ਗਈ ਹੈ ਟੀਮ ਵਾਸਤੇ, it is very important ਕਿ ਸਾਰੇ ਲੋਕ ਉਹ follow ਕਰਨ। ਹੁਣ ਜੇ ਉਹ 11 players ਵਿੱਚੋਂ ਇੱਕ ਬੰਦਾ ਆ ਜਾਏ, ਬੋਲੇ ਨਹੀਂ ਮੈਂ best player ਹਾਂ ਤੇ ਮੈਂ ਇਸ ਸਟ੍ਰੈਟਜੀ ਨੂੰ, ਇਸ ਰੂਲਸ ਨੂੰ, ਇਸ ਸੈਟ ਆਫ ਰੂਲਸ ਨੂੰ ਫੋਲੋ ਨਹੀਂ ਕਰਾਂਗਾ, ਮੈਨੂੰ ਜੋ ਕਰਨਾ ਹੈ ਮੈਂ ਉਹੀ ਕਰਾਂਗਾ। ਉਹਨੂੰ ਇੱਕ ਵਾਰੀ ਸਮਝਾਇਆ ਜਾਏਗਾ, 2 ਵਾਰੀ ਸਮਝਾਇਆ ਜਾਏਗਾ, ਪਲੇਅਰਸ ਟਰਾਈ ਕਰਨਗੇ, ਕੋਚ ਟਰਾਈ ਕਰੇਗਾ, ਬਟ ਜੇ ਪ੍ਰੋਲੋਂਗਡ ਪੀਰੀਅਡ ਵਾਸਤੇ ਇਹੀ ਚੱਲਦਾ ਗਿਆ, ਇਟ ਇਜ਼ ਵੈਰੀ ਡਿਫਿਕਲਟ ਟੂ ਡੀਲ ਵਿਦ ਸੱਚ ਅ ਪਰਸਨ। ਹੁਣ ਜੋ ਅਸੀਂ ਇੱਥੇ ਗੱਲ ਕਰ ਰਹੇ ਹਾਂ ਨਾ ਡੀਲ ਕਰਨ ਦੀ, ਸਾਡੇ ਸ਼ਬਦ 'ਚ ਇੱਥੇ ਉਹੀ ਆਇਆ ਹੈ ਵਿਵਹਾਰ, ਕਿਸੇ ਨਾਲ ਡੀਲ ਕਰਨ ਦੀ, ਕਿਸੇ ਨਾਲ ਵਰਤਨ ਦੀ। ਇਹਨਾਂ ਐਗਜ਼ਾਮਪਲਸ ਦਾ ਜਿਸਟ ਇਹੀ ਸੀ ਕਿ ਜੇ ਕੋਈ ਬੰਦਾ ਹੋ ਹਮੇਸ਼ਾ ਰੂਲਸ ਦੇ, ਲਾਜ਼ ਦੇ ਅਗੇਂਸਟ ਜਾਏ, ਉਹਦਾ ਆਚਰਣ ਬਿਲਕੁਲ ਅੱਛਾ ਨਹੀਂ ਹੈ, ਉਹਦੇ ਵਿੱਚ ਕੋਈ ਗੁਣ ਨਹੀਂ ਨੇ, ਇਸ ਤਰ੍ਹਾਂ ਦੇ ਬੰਦੇ ਨਾਲ ਡੀਲ ਕਰਨਾ ਨਾ ਨਹੀਂ ਕੀਤਾ ਜਾ ਸਕਦਾ, ਬਹੁਤ ਮੁਸ਼ਕਿਲ ਹੈ। ਅੱਜ ਦੇ ਸ਼ਬਦ 'ਚ ਆਂਦਾ ਹੈ ਸਭ ਕਿਛ ਜੀਵਤ ਕੋ ਵਿਵਹਾਰ। ਹੁਣ ਇੱਥੇ ਸ਼ਬਦ ਆ ਗਿਆ ਜੀਵਤ। ਆਓ ਅਸੀਂ ਪਹਿਲੇ ਸਮਝੀਏ ਕਿ ਜੋ ਅਲੱਗ-ਅਲੱਗ ਟਾਈਪਸ ਆਫ ਜਨਮ ਤੇ ਮੌਤ ਨੇ, ਅਸੀਂ ਪਹਿਲੇ ਜੀਵਤ ਨੂੰ ਥੋੜਾ ਸਮਝਦੇ ਹਾਂ, ਫਿਰ ਰਹਾਉ ਦੀ ਪੰਕਤੀ 'ਚ ਗੁਰੂ ਸਾਹਿਬ ਸਾਨੂੰ ਕੀ ਦੱਸ ਰਹੇ ਨੇ ਉਹ ਸਮਝਦੇ ਹਾਂ। ਹੁਣ ਇੱਕ ਨੋਰਮਲ ਜੋ ਅਸੀਂ ਜਾਣਦੇ ਹੀ ਹਾਂ, ਇੱਕ ਸ਼ਾਰੀਰਿਕ ਜਨਮ ਤੇ ਮੌਤ ਹੁੰਦੀ ਹੈ, ਜੋ ਸਾਰਿਆਂ ਨੂੰ ਹੀ ਹੁੰਦੀ ਹੈ। ਉਹ ਲਾਜ਼ ਆਫ ਨੇਚਰ, ਕੁਦਰਤ ਦੇ ਨਿਯਮਾਂ ਦੇ ਅਨੁਸਾਰ ਹੀ ਹੁੰਦੀ ਹੈ। ਸਾਨੂੰ ਪਤਾ ਹੈ ਕਿ ਕੋਈ ਅਗਰ ਜਨਮ ਲੇ, ਕਦੀ ਨਾ ਕਦੀ ਉਸਨੇ ਸ਼ਾਰੀਰਿਕ ਮੌਤ ਸਹਿਣਾ ਹੀ ਹੈ। ਚਲੋ ਇਹ ਸਾਡੇ ਕੰਟਰੋਲ 'ਚ ਨਹੀਂ ਹੈ, ਪਰ ਗੁਰੂ ਸਾਹਿਬ ਸਾਨੂੰ ਕਹਿੰਦੇ ਨੇ ਕਿ ਹੇ ਮਨੁੱਖ, ਜੋ ਤੇਰੇ ਕੰਟਰੋਲ ਵਿੱਚ ਹੈ ਤੂੰ ਉਹਦੇ ਤੇ ਫੋਕਸ ਕਰ। ਸਾਡੇ ਕੰਟਰੋਲ 'ਚ ਕੀ ਹੈ? ਸਾਡਾ ਆਤਮਿਕ ਜੀਵਨ, ਆਤਮਿਕ ਮੌਤ। ਹੁਣ ਆਤਮਿਕ ਮੌਤ ਕੀ ਹੁੰਦੀ ਹੈ? ਇਸ ਤਰ੍ਹਾਂ ਸਮਝ ਲਓ ਕਿ ਮੈਂ ਹਾਂ ਤੇ ਇਨਸਾਨ, ਪਰ ਜਦੋਂ ਮੇਰੇ ਕੰਮ ਇੱਕ ਪਸ਼ੂ ਵਾਂਗ ਹੋ ਜਾਣ, ਤੁਸੀਂ ਸਮਝ ਲਓ ਕਿ ਮੈਂ ਆਤਮਿਕ ਮੌਤ ਮਰ ਚੁੱਕਿਆ ਹਾਂ। ਜਦੋਂ ਮੈਂ ਆਪਣਾ ਜੀਵਨ ਜੀ ਰਿਹਾ ਹਾਂ ਬਿਨਾਂ ਕਿਸੇ ਗੁਣ ਦੇ, ਉਹਦਾ ਮਤਲਬ ਮੇਰੀ ਆਤਮਿਕ ਮੌਤ ਹੋ ਚੁੱਕੀ ਹੈ। ਚਿਤ ਚੇਤਸ ਕੀ ਨਹੀਂ ਬਾਵਰਿਆ, ਹਰ ਬਿਸਰਤ ਤੇਰੇ ਗੁਣ ਗਲਿਆ। ਗੁਰੂ ਸਾਹਿਬ ਕਹਿੰਦੇ ਨੇ ਕਿ ਹੇ ਬਾਵਰੇ ਮਨ, ਤੂੰ ਉਸ ਪਰਮਾਤਮਾ ਨੂੰ, ਉਹ ਰੱਬੀ ਗੁਣਾਂ ਨੂੰ ਯਾਦ ਕਿਉਂ ਨਹੀਂ ਰੱਖਦਾ? ਤੈਨੂੰ ਪਤਾ ਹੈ ਉਹਦਾ ਨਤੀਜਾ ਕੀ ਨਿਕਲਦਾ ਹੈ? ਹਰ ਬਿਸਰਤ ਤੇਰੇ ਗੁਣ ਗਲਿਆ। ਹੁਣ ਜਦੋਂ ਹੀ ਤੂੰ ਉਹ ਰੱਬੀ ਗੁਣ ਵਿਸਾਰ ਦਿੱਤੇ, ਤੂੰ ਉਹ ਕਦੀ ਵਰਤੋਂ 'ਚ ਹੀ ਨਹੀਂ ਲੈ ਕੇ ਆਇਆ, ਉਹਦਾ ਨਤੀਜਾ ਨਿਕਲਿਆ ਕਿ ਉਹ ਰੱਬੀ ਗੁਣ, ਉਹ ਗੁਣ ਗਲ ਗਏ ਤੇ ਫਿਰ ਕੀ ਹੋਇਆ? ਤੂੰ ਆਤਮਿਕ ਮੌਤ ਮਰ ਗਿਆ।
ਹੁਣ 2 ਮਿੰਟ ਪਹਿਲੇ ਹੀ ਅਸੀਂ ਦੇਖਿਆ ਕਿ ਇਹ ਜੋ ਆਤਮਿਕ ਮੌਤ ਤੇ ਜੀਵਨ ਹੈ, ਇਹ ਸਾਡੇ ਕੰਟਰੋਲ 'ਚ ਹੈ। ਆਓ ਵੇਖਦੇ ਹਾਂ ਕਿਸ ਤਰ੍ਹਾਂ। ਉਸ ਸ਼ਬਦ 'ਚ ਹੀ ਗੁਰੂ ਸਾਹਿਬ ਪਹਿਲੇ ਬੰਦ 'ਚ ਸਮਝਾਉਂਦੇ ਨੇ ਕਿ ਕਰਨੀ ਕਾਗਦ ਮਨ ਮਸਵਾਣੀ, ਬੁਰਾ ਭਲਾ ਦੋਇ ਲੇਖ ਪਏ, ਜਿਉਂ-ਜਿਉਂ ਕਿਰਤ ਚਲਾਏ ਤਿਉਂ ਚਲੀਐ, ਤੋ ਗੁਣ ਨਾਹੀ ਅੰਤ ਹਰੇ। ਸੌਰੀ। ਗੁਰੂ ਸਾਹਿਬ ਕਹਿੰਦੇ ਨੇ ਕਿ ਕਰਨੀ ਕਾਗਜ਼ ਮਨ ਮਸਵਾਣੀ, ਕਿ ਤੂੰ ਸਮਝ ਕਿ ਤੇਰੇ ਜੋ ਕੰਮ ਨੇ, ਤੇਰਾ ਜੋ ਆਚरण ਹੈ, ਉਹ ਇੱਕ ਕਾਗਜ਼ ਹੈ, ਇੱਕ ਪੀਸ ਆਫ ਪੇਪਰ ਹੈ, ਤੇ ਉਹਨੂੰ ਕੰਟਰੋਲ ਕਰਨ ਵਾਲਾ ਕੀ ਹੈ? ਮਨ ਮਸਵਾਣੀ। ਜੋ ਤੇਰਾ ਮਨ ਹੈ ਨਾ, ਉਹ ਉਸ ਪੇਪਰ ਤੇ ਲਿਖਣ ਵਾਲੀ ਸ਼ਾਇਦ ਹੀ ਦਵਾਤ ਹੈ। ਇਹਦਾ ਮਤਲਬ ਮੈਂ ਜੋ ਵੀ ਕੰਮ ਕਰ ਰਿਹਾ ਹਾਂ, ਅੱਛੇ ਜਾਂ ਬੁਰੇ, ਮੈਂ ਜੋ ਵੀ ਕੰਮ ਕਰ ਰਿਹਾ ਹਾਂ, ਉਹ ਮੇਰਾ ਮਨ ਡਿਸਾਈਡ ਕਰ ਰਿਹਾ ਕਿ ਮੈਂ ਕਿਹੋ ਜਿਹੇ ਕੰਮ ਕਰ ਰਿਹਾ ਹਾਂ। ਤੇ ਇਹਦੇ ਨਾਲ ਜੇ ਮੈਂ ਬੁਰੇ ਕੰਮ ਕਰਾਂ, ਜੇ ਮੇਰੇ ਜੀਵਨ ਤੋਂ ਗੁਣ ਚਲੇ ਜਾਣ, ਮੇਰੀ ਆਤਮਿਕ ਮੌਤ ਹੋ ਜਾਂਦੀ ਹੈ। ਇਸ ਤੋਂ ਕਲੀਅਰ ਹੁੰਦਾ ਹੈ ਕਿ ਇਹ ਮੇਰੇ ਹੱਥ 'ਚ ਹੀ ਹੈ। ਇਸ ਸ਼ਬਦ ਜੋ ਅਸੀਂ ਅੱਜ ਡਿਸਕਸ ਕਰ ਰਹੇ ਹਾਂ, ਸਭ ਕੁਛ ਜੀਵਤ ਕੋ ਵਿਵਹਾਰ, ਇਸ ਤੋਂ ਪਿਛਲੇ ਸ਼ਬਦ 'ਚ ਹੀ ਗੁਰੂ ਤੇਗ ਬਹਾਦਰ ਸਾਹਿਬ ਸਾਨੂੰ ਦੱਸ ਦਿੰਦੇ ਨੇ ਕਿ ਸਾਡੀ ਆਤਮਿਕ ਮੌਤ ਕਿਉਂ ਹੋ ਰਹੀ ਹੈ। ਉਹ ਕਹਿੰਦੇ ਨੇ ਕਿ ਯਹ ਮਨ ਨੈਕ ਨਾ ਕਹਿਓ ਕਰੈ, सीख सिखाए रहियो अपनी सी, दुर्मत ते न टरै। ਇਹ ਜੋ ਮਨ ਹੈ ਨਾ, ਇਹ ਮੇਰੀ ਗੱਲ ਮੰਨਣ ਨੂੰ ਤਿਆਰ ਹੀ ਨਹੀਂ ਹੈ। ਮੈਨੂੰ ਪਤਾ ਹੈ ਕਿ ਜੋ ਮੈਂ ਕੰਮ ਕਰਾਂਗਾ ਉਹ ਮੇਰਾ ਮਨ ਹੀ ਕੰਟਰੋਲ ਕਰੇਗਾ। ਮੇਰੇ ਮਨ 'ਚ ਜਿਹੋ ਜਿਹੇ ਖਿਆਲ ਆਣਗੇ, ਜਿਹੋ ਜਿਹੇ ਸੰਸਕਾਰ ਹੋਣਗੇ, ਮੈਂ ਉਹੋ ਜਿਹੇ ਕੰਮ ਕਰਾਂਗਾ। ਪਰ ਸਭ ਤੋਂ ਇੰਪੋਰਟੈਂਟ ਕੀ ਹੈ ਕਿ ਮੇਰਾ ਮਨ ਦੁਰਮਤ ਛੱਡਣ ਨੂੰ ਤਿਆਰ ਨਹੀਂ ਹੈ। ਦੁਰਮਤ ਤੇ ਨਾ ਟਰੈ। ਇਸ ਕਰਕੇ ਬਾਰ-ਬਾਰ ਲਗਾਤਾਰ ਮੇਰੀ ਆਤਮਿਕ ਮੌਤ ਹੁੰਦੀ ਰਹਿੰਦੀ ਹੈ, ਕਿਉਂਕਿ ਮੈਂ ਦੁਰਮਤ ਦੇ ਬੇਸਿਸ ਤੇ ਆਪਣਾ ਜੀਵਨ ਚੱਲ ਰਿਹਾ ਹਾਂ। ਬੁਰਾ ਭਲਾ ਦੋਏ ਲੇਖ ਪਏ, ਪਰ ਕਿਉਂਕਿ ਮੈਂ ਦੁਰਮਤ ਦੇ ਹਿਸਾਬ ਨਾਲ ਆਪਣਾ ਕੰਮ ਕਰ ਰਿਹਾ ਹਾਂ, ਮੇਰੇ ਸਾਰੇ ਕੰਮ ਬੁਰੇ ਹੀ ਹਨ। ਇਸ ਲਈ ਮੈਂ ਆਤਮਿਕ ਮੌਤ ਮਰਦਾ ਜਾ ਰਿਹਾ ਹਾਂ। ਪਰ ਹਾਂ, ਗੁਰੂ ਸਾਹਿਬ ਸਾਨੂੰ ਹਮੇਸ਼ਾ ਸੋਲੂਸ਼ਨ ਵੀ ਦਿੰਦੇ ਹੀ ਨੇ। ਮੈਂ ਜੇ ਚਾਹੁੰਦਾ ਹਾਂ ਕਿ ਮੈਂ ਆਤਮਿਕ ਮੌਤ ਨਹੀਂ ਮਰਾਂ, ਗੁਰੂ ਸਾਹਿਬ ਕਹਿੰਦੇ ਨੇ ਤੈਨੂੰ ਇੱਕ ਹੋਰ ਮੌਤ ਮਰਨੀ ਪਏਗੀ, ਤੇ ਉਹ ਕਿਹੜੀ ਹੈ? ਸ਼ਬਦ ਮਰੋ ਫਿਰ ਜੀਵੋ ਸਦਹੀ, ਤਾਂ ਫਿਰ ਮਰਨ ਨਾ ਹੋਏ। ਗੁਰੂ ਸਾਹਿਬ ਕਹਿੰਦੇ ਨੇ ਕਿ ਤੂੰ ਇਹ ਤੀਜੀ ਮੌਤ ਜੇ ਮਰ ਗਿਆ ਨਾ, ਫਿਰ ਤੇਰੀ ਆਤਮਿਕ ਮੌਤ ਕਦੀ ਨਹੀਂ ਹੋਏਗੀ। ਤੇ ਉਹ ਕਿਹੜੀ ਹੈ? ਸ਼ਬਦ ਮਰੋ ਫਿਰ ਜੀਵੋ ਸਦੀ। ਤੂੰ ਇਹ ਦੁਰਮਤ ਛੱਡ ਦੇ, ਤੂੰ ਦੁਰਮਤ ਛੱਡ ਤੇ ਗੁਰੂ ਦੀ ਚੰਗੀ ਮੱਤ ਲੈ ਲੈ। ਤੇ ਜੇ ਤੂੰ ਚੰਗੀ ਮੱਤ ਦੇ ਅਨੁਸਾਰ ਆਪਣਾ ਜੀਵਨ ਜੀਏਗਾ, ਜੇ ਤੂੰ अच्छे गुण अपने जीवन से धारण करके जिएगा, फिर तेरी आत्मिक मौत कभी भी नहीं होएगी। ਰਾਵ ਦੀ ਪੰਕਤੀ 'ਚ ਗੁਰੂ ਸਾਹਿਬ ਕਹਿੰਦੇ ਨੇ, ਸਭ ਕੁਛ ਜੀਵਤ ਕੋ ਵਿਵਹਾਰ। ਗੁਰੂ ਸਾਹਿਬ ਕਹਿੰਦੇ ਨੇ ਕਿ ਇੱਕ ਬੰਦੇ ਨਾਲ ਉਦੋਂ ਤੱਕ ਹੀ ਡੀਲ ਕੀਤਾ ਜਾ ਸਕਦਾ ਹੈ, ਜਦੋਂ ਤੱਕ ਉਹ ਆਤਮਿਕ ਤੌਰ ਤੇ ਜਿੰਦਾ ਹੈ। ਜਦੋਂ ਉਹਦੀ ਆਤਮਿਕ ਮੌਤ ਹੋ ਜਾਏ, ਉਹਦੇ ਕੰਮ, ਉਹਦਾ ਆਚਰਣ ਇਸ ਤਰ੍ਹਾਂ ਦਾ ਹੋ ਜਾਂਦਾ ਹੈ ਕਿ ਉਹਦੇ ਨਾਲ ਡੀਲ ਕਰਨਾ ਬਹੁਤ ਔਖਾ ਹੁੰਦਾ ਹੈ। ਮਾਤ ਪਿਤਾ ਭਾਈ ਸੁਤ ਬੰਧਪ, ਅਰਫੁਨ ਗ੍ਰਹਿ ਕਿਨਾਰ। ਭਾਵੇਂ ਉਹਦੇ ਘਰ ਦੇ ਸੰਬੰਧੀ ਨਾ ਹੋਣ, ਉਹਦੇ ਮਾਤਾ ਪਿਤਾ, ਉਹਦਾ ਭਾਈ, ਉਹਦੀ ਜੀਵਨ ਸਾਥੀ ਹੀ ਹੋਏ, ਪਰ ਉਹਦੇ ਨਾਲ ਡੀਲ ਕਰਨਾ ਉਦੋਂ ਤੱਕ ਹੀ ਪੋਸੀਬਲ ਹੈ ਜਦੋਂ ਤੱਕ ਉਹ ਆਤਮਿਕ ਤੌਰ ਤੇ ਜਿੰਦਾ ਹੈ। ਇੱਥੇ ਇੱਕ ਗੱਲ ਸਮਝਣਾ ਬਹੁਤ ਇੰਪੋਰਟੈਂਟ ਹੈ ਕਿ ਅਸੀਂ ਜੋ ਸ਼ਬਦ ਪੜ੍ਹ ਰਹੇ ਹਾਂ, ਜਦੋਂ ਅਸੀਂ ਵੇਖ ਰਹੇ ਹਾਂ ਕਿ ਇੱਕ ਮਨੁੱਖ ਦੀ ਗੱਲ ਚੱਲ ਰਹੀ ਹੈ, ਇਹ ਬਹੁਤ ਇੰਪੋਰਟੈਂਟ ਹੈ ਕਿ ਇਹ ਸ਼ਬਦ ਅਸੀਂ ਆਪਣੇ ਆਪ ਤੇ ਟੁਕਾਈਏ। ਇਟਸ ਵੈਰੀ ਇੰਪੋਰਟੈਂਟ ਕਿ ਅਸੀਂ ਸੈਲਫ ਇੰਟਰੋਸਪੈਕਟ ਕਰੀਏ ਕਿ ਇਹ ਗੱਲ ਮੇਰੇ ਤੇ ਟੁਕਦੀ ਹੈ ਜਾਂ ਨਹੀਂ, ਕਿ ਮੇਰੇ ਨਾਲ ਡੀਲ ਕਰਨਾ ਵੀ ਬਹੁਤ ਔਖਾ ਹੈ ਲੋਕਾਂ ਲਈ, ਕਿ ਮੇਰੇ ਘਰ ਵਾਲੇ ਮੈਨੂੰ ਕੁਝ ਕਹਿਣ ਲਈ ਡਰਦੇ ਨੇ ਕਿਉਂਕਿ ਮੈਂ ਬਹੁਤ ਗੁੱਸੇ ਵਾਲਾ ਹਾਂ। ਇਹ ਸੈਲਫ ਇੰਟਰੋਸਪੈਕਸ਼ਨ ਕਰਨਾ ਸਭ ਤੋਂ ਇੰਪੋਰਟੈਂਟ ਹੈ। ਅਗਰ ਅਸੀਂ ਬਾਣੀ ਸਿਰਫ ਪੜ੍ਹੀਏ ਪਰ ਕਦੀ ਸਮਝੀਏ ਨਾ ਜਾਂ ਫਿਰ ਅਪਲਾਈ ਨਾ ਕਰੀਏ, ਤੇ ਉਹਦੇ ਨਾਲ ਵੀ ਕੁਝ ਸੁਧਾਰ ਨਹੀਂ ਆਏਗਾ। ਸਾਨੂੰ ਆਪਣੇ ਆਪ ਹੀ ਚੇਂਜ ਲਾਣਾ ਪਏਗਾ। ਗੁਰੂ ਸਾਹਿਬ ਕਹਿੰਦੇ ਨੇ, ਸਭ ਕੁਛ ਜੀਵਤ ਕੋ ਵਿਵਹਾਰ, ਮਾਤ ਪਿਤਾ ਭਾਈ ਸੁਤ ਬੰਧਪ, ਅਰਫੁਨ ਗ੍ਰਹਿ ਕਿਨਾਰ। ਹੁਣ ਜਦੋਂ ਮੈਂ ਸਮਝ ਗਿਆ ਕਿ ਮੈਂ ਆਤਮਿਕ ਤੌਰ ਤੇ ਮਰ ਰਿਹਾ ਹਾਂ, ਕਿਉਂਕਿ ਮੈਂ ਦੁਰਮਤ ਲੈ ਕੇ ਫੜ ਕੇ ਬੈਠਿਆ ਹੋਇਆ ਹਾਂ, ਇਹਦੇ ਕਰਕੇ ਮੇਰੇ ਜੋ ਘਰ ਦੇ ਰਿਸ਼ਤੇ ਨੇ, ਮੇਰੇ ਜੋ ਦੁਨਿਆਵੀ ਰਿਸ਼ਤੇ ਨੇ,
ਉਹ ਵੀ ਸਾਰੇ ਖਰਾਬ ਹੋ ਰਹੇ ਨੇ, ਫਿਰ ਮੈਂ ਕੀ ਕਰਾਂ? ਹੁਣ ਜਦੋਂ ਅਸੀਂ ਸਮਝ ਗਏ ਕਿ ਆਤਮਿਕ ਤੌਰ ਤੇ ਜ਼ਿੰਦਾ ਰਹਿਣਾ ਬਹੁਤ ਜ਼ਰੂਰੀ ਹੈ, ਜੇ ਮੈਂ ਆਪਣੇ ਪਰਿਵਾਰ ਨੂੰ, ਆਪਣੇ ਸੰਬੰਧ ਨੂੰ ਕਾਇਮ ਰੱਖਣਾ ਚਾਹੁੰਦਾ ਹਾਂ, ਤੇ ਆਤਮਿਕ ਤੌਰ ਤੇ ਜੀਣਾ ਜ਼ਰੂਰੀ ਹੈ, ਤੇ ਆਤਮਿਕ ਤੌਰ ਤੇ ਜ਼ਿੰਦਾ ਰਹਿਣ ਲਈ ਮੈਨੂੰ ਆਪਣੇ ਅਧਿਆਤਮਿਕ ਪਰਿਵਾਰ ਨੂੰ ਪਹਿਲੇ ਸੁਧਾਰਨਾ ਪਏਗਾ। ਤੇ ਉਹ ਕਿਵੇਂ? ਮੈਂ ਜੋ ਪਰਿਵਾਰ ਦੁਰਮਤ ਦੇ ਬੇਸਿਸ ਤੇ ਬਣਾਈ ਹੋਈ ਸੀ, ਹੁਣ ਮੈਨੂੰ ਉਹ ਪਰਿਵਾਰ ਕਿਸ ਤਰ੍ਹਾਂ ਬਣਾਉਣੀ ਹੋਏਗੀ? ਮਾਤਾ ਮਤ, ਪਿਤਾ ਸੰਤੋਖ, ਸਤ ਪਾਈ ਕਰ ਇਹ ਵਿਸੇਕ। ਮੈਨੂੰ ਜੋ ਗੁਰੂ ਦੀ ਚੰਗੀ ਮਤ ਹੈ, ਮੈਨੂੰ ਉਹ ਆਪਣੀ ਮਾਤਾ ਬਣਾਣੀ ਪਏਗੀ। ਜੋ ਸੰਤੋਖ ਹੈ, ਉਹ ਮੈਨੂੰ ਆਪਣਾ ਪਿਤਾ ਬਣਾਣਾ ਪਏਗਾ। ਸਤ ਪਾਈ ਕਰ ਇਹ ਵਿਸੇਕ, ਜੋ ਖਲਕਤ ਦੀ ਸੇਵਾ ਦੀ ਭਾਵਨਾ ਹੈ, ਮੈਨੂੰ ਉਹ ਆਪਣਾ ਭਰਾ ਬਣਾਣਾ ਹੋਏਗਾ। ਸਿੰਪਲ ਵਰਡਸ ਚ ਸਮਝੋ, ਮੈਂ ਆਪਣੀ ਜ਼ਿੰਦਗੀ ਖੁਦਗਰਜ਼ੀ ਨਾਲ ਜੀਣਾ ਬੰਦ ਕਰ ਦੇਵਾਂ, ਤੇ ਦੂਜਿਆਂ ਲਈ ਤੇ ਦੂਜਿਆਂ ਨਾਲ ਜੀਣਾ ਵੀ ਸਿੱਖ ਲਵਾਂ, ਤੇ ਤਾਂ ਹੀ ਮੈਂ ਆਤਮਿਕ ਤੌਰ ਤੇ ਜ਼ਿੰਦਾ ਰਹਿ ਸਕਦਾ ਹਾਂ। ਤੇ ਜਦੋਂ ਮੈਂ ਆਪਣਾ ਅਧਿਆਤਮਕ ਪਰਿਵਾਰ ਸੰਭਾਲ ਲਾਂ, ਤਾਂ ਹੀ ਜਾ ਕੇ ਕੁਛ ਮੇਰੇ ਘਰ ਦੇ ਸੰਬੰਧਾਂ 'ਚ ਵੀ ਸੁਧਾਰ ਆ ਸਕਦਾ ਹੈ। ਇੱਥੇ ਹੋਰ ਇੱਕ ਜ਼ਿਕਰ ਆਂਦਾ ਹੈ ਜੀਵਨ ਸਾਥੀ ਦਾ, ਅਰਫੁਨ ਗ੍ਰਹਿ ਕਿਨਾਰ। ਹੁਣ ਜਦੋਂ ਅਸੀਂ ਅਧਿਆਤਮਕ ਪਰਿਵਾਰ ਦੀ ਗੱਲ ਕਰ ਰਹੇ ਹਾਂ, ਮੇਰੀ ਅਧਿਆਤਮਕ ਜੀਵਨ ਸਾਥੀ ਕੌਣ ਹੈ? ਉਹ ਹੈ ਮੇਰੀ ਮਤ, ਜੋ ਹਮੇਸ਼ਾ ਹੀ ਮੇਰੇ ਨਾਲ ਰਹਿੰਦੀ ਹੈ। ਜੋ ਹੁਣੇ ਤੱਕ ਮੇਰੀ ਮਤ ਸੀ, ਉਹ ਕਿਸ ਤਰ੍ਹਾਂ ਦੀ ਸੀ? ਜੋ ਗੁਰੂ ਸਾਹਿਬ ਨੇ ਪਿਛਲੇ ਸ਼ਬਦ 'ਚ ਜ਼ਿਕਰ ਕੀਤਾ, ਦੁਰਮਤ ਵਾਲੀ ਸੀ। ਹੁਣ ਕਬੀਰ ਸਾਹਿਬ ਫੁਰਮਾਉਂਦੇ ਨੇ ਕਿ ਪਹਿਲੀ ਕੁਰੂਪ ਕੁਜ਼ਾਤ ਕੁਲਖਣੀ, ਸਾਹੁਰੇ ਪਈ ਹੈ ਬੁਰੀ। ਪਤਾ ਹੈ ਮੇਰੀ ਪਹਿਲੇ ਵਾਲੀ ਮਤ ਕਿਸ ਤਰ੍ਹਾਂ ਦੀ ਸੀ? ਕੁਰੂਪ, ਕੁਜ਼ਾਤ, ਕੁਲਖਣੀ, ਬਹੁਤ ਬੁਰੀ ਮਤ ਸੀ ਮੇਰੀ। ਐਸੀ ਕਰਕੇ ਤੇ ਮੈਂ ਆਤਮਿਕ ਮੌਤ ਮਰਦੇ ਜਾ ਰਿਹਾ ਸੀ। ਪਰ ਜਦੋਂ ਮੈਂ ਸਮਝ ਗਿਆ ਕਿ ਮੈਂ ਇੱਕ ਸੁਧਾਰ ਲੈ ਕੇ ਆਣਾ ਹੈ, ਤੇ ਉਹ ਸੁਧਾਰ ਕਿਸ ਤਰ੍ਹਾਂ ਲੈ ਕੇ ਆਵਾਂਗਾ? ਸ਼ਬਦ ਮਰੋ ਫਿਰ ਜੀਵੋ ਸਦਹੀ, ਗੁਰ ਕੈ ਸ਼ਬਦ ਬਣਾਵੋ ਏ ਮਨ। ਜਦੋਂ ਮੈਂ ਗੁਰੂ ਦੇ ਸ਼ਬਦ ਨਾਲ, ਜਦੋਂ ਮੈਂ ਉਹ ਗੁਰੂ ਦੀ ਚੰਗੀ ਮੱਤ ਧਾਰਨ ਕਰ ਲਈ, ਫਿਰ ਕੀ ਹੋਇਆ? ਕਬੀਰ ਸਾਹਿਬ ਕਹਿੰਦੇ ਨੇ, ਅਬ ਕੀ ਸਰੂਪ ਸੁਜਾਨ ਸੁਲਖਣੀ, ਸਹਿਜੇ ਉਦਰ ਤਰੀ। ਪਹਿਲੇ ਮੇਰੀ ਮੱਤ ਕਿਸ ਤਰ੍ਹਾਂ ਦੀ ਸੀ? ਕੁਰੂਪ। ਗੁਰੂ ਦੀ ਚੰਗੀ ਮੱਤ ਕਿਸ ਤਰ੍ਹਾਂ ਦੀ ਹੈ? ਸਰੂਪ। ਪਹਿਲੇ ਮੇਰੀ ਮੱਤ ਕਿਸ ਤਰ੍ਹਾਂ ਦੀ ਸੀ? ਕੁਲਖਣੀ। ਗੁਰੂ ਦੀ ਚੰਗੀ ਮੱਤ ਕਿਸ ਤਰ੍ਹਾਂ ਦੀ ਹੈ? ਸੁਲਖਣੀ। ਜਦੋਂ ਮੈਂ ਉਹ ਦੁਰਮਤ ਛੱਡਤੀ, ਤੇ ਮੈਂ ਉਹ ਗੁਰੂ ਦੀ ਚੰਗੀ ਮੱਤ ਧਾਰਨ ਕਰ ਲਈ, ਫਿਰ ਮੈਂ ਆਤਮਿਕ ਮੌਤ ਕਦੀ ਨਹੀਂ ਮਰਾਂਗਾ। ਹੁਣ ਜਦੋਂ ਮੇਰਾ ਅਧਿਆਤਮਕ ਪਰਿਵਾਰ ਇਹੋ ਜਿਹਾ ਬਣ ਗਿਆ, ਜੋ ਚੰਗੀ ਮੱਤ ਹੈ ਉਹ ਮੇਰੀ ਮਾਂ ਬਣ ਗਈ, ਜਾਂ ਫਿਰ ਜੋ ਚੰਗੀ ਮੱਤ ਹੈ ਉਹ ਮੇਰੀ ਜੀਵਨ ਸਾਥੀ ਬਣ ਗਈ, ਜੋ ਸੰਤੋਖ ਹੈ ਉਹ ਮੇਰਾ ਪਿਤਾ ਬਣ ਗਿਆ, ਜੋ ਸੇਵਾ ਭਾਵਨਾ ਹੈ ਉਹ ਮੇਰਾ ਭਰਾ ਬਣ ਗਿਆ, ਫਿਰ ਮੈਂ ਆਤਮਿਕ ਮੌਤ ਕਦੀ ਨਹੀਂ ਮਰਾਂਗਾ। ਤੇ ਫਿਰ ਜੋ ਦੁਨਿਆਵੀ ਰਿਸ਼ਤੇ ਵੀ ਹਨ, ਮੇਰੇ ਮਾਤਾ ਪਿਤਾ, ਮੇਰੀ ਜੀਵਨ ਸਾਥੀ, ਜੋ ਮੇਰੇ ਦੁਨਿਆਵੀ ਰਿਸ਼ਤੇ ਹਨ, ਉਹ ਵੀ ਹਮੇਸ਼ਾ ਹੀ ਕਾਇਮ ਰਹਿਣਗੇ। ਇਸ ਰਹਾਉ ਦਾ ਨਿਚੋੜ ਇਹ ਹੀ ਨਿਕਲਦਾ ਹੈ ਕਿ ਸਾਨੂੰ ਘਰ ਵਿੱਚ ਕਿਸ ਤਰ੍ਹਾਂ ਜੀਣਾ ਹੈ, ਉਹ ਆ ਜਾਏ, ਤੇ ਮਨੁੱਖ ਨੂੰ ਸਮਝ ਆ ਜਾਏ ਕਿ ਆਤਮਿਕ ਤੌਰ ਤੇ ਜੀਣਾ ਕਿੰਨਾ ਜ਼ਰੂਰੀ ਹੈ, ਤੇ ਉਹ ਕਿਸ ਤਰ੍ਹਾਂ ਆਤਮਿਕ ਤੌਰ ਤੇ ਜ਼ਿੰਦਾ ਰਹਿ ਸਕਦਾ ਹੈ। ਗੁਰੂ ਤੇਗ ਬਹਾਦਰ ਸਾਹਿਬ ਸਾਨੂੰ ਇਹੀ ਮੈਸੇਜ ਦੇ ਰਹੇ ਹਨ। ਸਭ ਕਿਛ ਜੀਵਤ ਕੋ ਵਿਵਹਾਰ, ਮਾਤ ਪਿਤਾ ਪਾਈ ਸੁਤ ਬੰਧਪ, ਅਰਫੁਨ ਗ੍ਰਹਿ ਕੀਨਾਰ। ਆਓ ਅਸੀਂ ਰਹਾਉ ਦੀ ਪੰਕਤੀ ਸਮਝ ਲਈ। ਹੁਣ ਅਸੀਂ ਅਗਲੇ ਬੰਦ ਨੂੰ ਸਮਝਦੇ ਹਾਂ ਰਹਾਉ ਦੇ ਆਧਾਰ ਤੇ। तन ते प्राण होत जब न्यारे, तेरत प्रेत पुकारे, आद करी को नह राखै, करते देत निकार। ਜੇ ਅਸੀਂ ਇਸ ਪੰਕਤੀ ਦੇ ਲਫ਼ਜ਼ੀ ਅਰਥ ਸਮਝੀਏ, ਇਹਦੇ ਅਰਥ ਹੁੰਦੇ ਨੇ ਕਿ ਜਦੋਂ ਕੋਈ ਬੰਦਾ ਮਰ ਜਾਏ, ਜਦੋਂ ਉਹਦੀ ਡੈਥ ਹੋ ਜਾਏ, ਫਿਰ ਜੋ ਬੰਦੇ ਉਹਦੇ ਨਾਲ ਹੀ ਰਹਿੰਦੇ ਸੀ, ਉਹ ਹੁਣ ਉਹਨੂੰ ਇੱਕ ਭੂਤ ਪ੍ਰੇਤ ਸਮਝਦੇ ਹਨ। ਆਦ ਘੜੀ ਕੋ ਨਹਿ ਰਾਖੈ, ਕਰਤੇ ਦੇਤ ਨਿਕਾਰ। ਕਿ ਜਦੋਂ ਉਹ ਬੰਦਾ ਮਰ ਜਾਂਦਾ ਹੈ, ਉਹਦੀ ਬੋਡੀ ਜੋ ਹੁੰਦੀ ਹੈ, ਸਾਰਿਆਂ ਨੂੰ ਜਲਦੀ ਹੁੰਦੀ ਹੈ ਕਿ ਜਲਦੀ ਇਹਦੀ ਬੋਡੀ ਨੂੰ ਲੈ ਕੇ ਜਾਓ ਤੇ ਸੰਸਕਾਰ ਕਰ ਦੋ। ਜੇ ਅਸੀਂ ਸੋਚੀਏ ਕਿ ਗੱਲ ਹੋ ਰਹੀ ਹੈ ਇਸ ਸਿਚੁਏਸ਼ਨ ਦੀ, ਕਿ ਇਹ ਹਾਲ ਹੈ ਕਿ ਲੋਕ ਕਹਿੰਦੇ ਨੇ ਕਿ ਜਲਦੀ ਇਹਦੀ ਬੋਡੀ ਨੂੰ ਲੈ ਕੇ ਜਾਓ, ਫਿਰ ਕੀ ਇਹਦਾ ਮਤਲਬ ਹੈ ਕਿ ਉਹਦੀ ਬੋਡੀ ਨੂੰ ਘਰ 'ਚ ਹੀ ਰੱਖਿਆ ਜਾਏ? ਨਹੀਂ ਨਾ।
ਸਾਨੂੰ ਸਮਝਣਾ ਪਏਗਾ ਕਿ ਰਹਾਉ ਦੀ ਪੰਕਤੀ 'ਚ ਜਿਸ ਤਰ੍ਹਾਂ ਅਸੀਂ ਵੇਖਿਆ, ਜੋ ਸਾਡੇ ਕੰਟਰੋਲ ਵਿੱਚ ਹੈ, ਸਾਡਾ ਆਤਮਿਕ ਜੀਵਨ, ਗੁਰੂ ਸਾਹਿਬ ਇੱਥੇ ਉਹਦੀ ਗੱਲ ਕਰ ਰਹੇ ਨੇ, ਸਭ ਕੁਛ ਜੀਵਤ ਕੋ ਵਿਵਹਾਰ ਆਤਮਿਕ ਤੌਰ ਤੇ ਜੀਣ ਦੀ ਗੱਲ ਕਰ ਰਹੇ ਨੇ। ਉਸ ਤਰ੍ਹਾਂ ਹੀ ਰਹਾਉ ਦੇ ਆਧਾਰ ਤੇ ਸੇਮ ਲਾਈਨਸ ਤੇ ਅਸੀਂ ਇੱਥੇ ਸਮਝਾਂਗੇ ਕਿ ਕਿਸ ਤਰ੍ਹਾਂ ਸਾਡੇ ਆਤਮਿਕ ਜੀਵਨ ਦੀ ਗੱਲ ਚੱਲ ਰਹੀ ਹੈ। ਗੁਰੂ ਸਾਹਿਬ ਕਹਿੰਦੇ ਨੇ, ਤਨ ਤੇ ਪ੍ਰਾਨ ਹੋਤ ਜਬ ਨਿਆਰੇ, ਤੇਰਤ ਪ੍ਰੇਤ ਪੁਕਾਰ। ਇੱਕ ਐਗਜ਼ਾਮਪਲ ਲੈ ਲਓ, ਜੇ ਮੈਂ ਬਹੁਤ ਚੰਗੇ ਕੰਮ ਕਰਦਾ ਹਾਂ ਜਾਂ ਫਿਰ ਜੇ ਮੇਰੇ ਅੰਦਰ ਬਹੁਤ ਅੱਛੇ ਗੁਣ ਨੇ, ਮੈਂ ਹਮੇਸ਼ਾ ਪਿਆਰ ਹੀ ਵੰਡਾਂਗਾ, ਮੈਂ ਹਮੇਸ਼ਾ ਕੁਆਲਿਟੀਜ਼ ਹੀ ਵੰਡਾਂਗਾ, ਫਿਰ ਸਾਰਿਆਂ ਨੂੰ ਮੈਂ ਅੱਛਾ ਲਗਾਂਗਾ। ਹੁਣ ਔਨ ਦ ਫਲਿਪ ਸਾਈਡ ਜੇ ਮੈਂ ਸਿਰਫ ਗਾਲਾਂ ਕੱਢਦਾ, ਜੇ ਮੈਂ ਸਿਰਫ ਰੂਡਲੀ ਗੱਲ ਕਰਦਾ ਹਾਂ, ਜੇ ਮੇਰੇ ਅੰਦਰ ਕੋਈ ਗੁਣ ਹੀ ਨਹੀਂ ਹਨ, ਫਿਰ ਲੋਕੀ ਮੇਰੇ ਤੋਂ ਡਰਨਗੇ। ਲੋਕੀ ਮੈਂ ਜਦੋਂ ਵੀ ਕਿਤੇ ਜਾਵਾਂਗਾ, ਲੋਕੀ ਉੱਥੋਂ ਭੱਜ ਜਾਣਗੇ ਕਿ ਯਾਰ ਇਹ ਫਿਰ ਤੋਂ ਆ ਗਿਆ, ਇਹ ਕੁਛ ਨਾ ਕੁਛ ਬੋਲੇਗਾ, ਇਹ ਕਮੈਂਟ ਕਰੇਗਾ। ਤੇ ਕੀ ਹੁੰਦਾ ਹੈ, ਤਨ ਤੇ ਪ੍ਰਾਨ ਹੋਤ ਜਬ ਨਿਆਰੇ, ਇੱਥੇ ਆਤਮਿਕ ਜੀਵਨ ਦੀ ਗੱਲ ਚੱਲ ਰਹੀ ਹੈ ਕਿ ਜਦੋਂ ਇੱਕ ਬੰਦੇ ਦੀ ਆਤਮਿਕ ਮੌਤ ਹੋ ਜਾਏ, ਤੇਰਤ ਪ੍ਰੇਤ ਪੁਕਾਰ, ਉਹਦਾ ਬਿਹੇਵੀਅਰ ਪਤਾ ਹੈ ਕਿਸ ਤਰ੍ਹਾਂ ਦਾ ਹੋ ਜਾਂਦਾ ਹੈ, ਇੱਕ ਪ੍ਰੇਤ ਦੀ ਤਰ੍ਹਾਂ। ਜੋ ਗੁਰੂ ਸਾਹਿਬ ਵੀ ਸਾਨੂੰ ਦੱਸਦੇ ਨੇ ਕਿ ਅਸਲ ਪ੍ਰੇਤ ਕੌਣ ਹੈ? ਕਲਮਹ ਪ੍ਰੇਤ ਜਿਨ ਰਾਮ ਨਾ ਪਛਾਤਾ, ਕਿ ਅਸਲ ਪ੍ਰੇਤ ਉਹ ਹੈ ਜਿਸਨੇ ਉਸ ਰਮੇ ਹੋਏ ਪਰਮਾਤਮਾ ਨੂੰ ਪਹਿਚਾਣਿਆ ਹੀ ਨਹੀਂ, ਜਿਸਨੇ ਸਮਝਿਆ ਹੀ ਨਹੀਂ ਕਿ ਉਹ ਰੱਬੀ ਗੁਣ ਆਪਣੇ ਜੀਵਨ 'ਚ ਧਾਰਨ ਕਰਕੇ ਉਹਨੂੰ ਜ਼ਿੰਦਗੀ ਜੀਣੀ ਹੈ। ਤੇ ਜਦੋਂ ਮੇਰੇ ਜੀਵਨ 'ਚੋਂ ਉਹ ਗੁਣ ਰਹੇ ਹੀ ਨਹੀਂ, ਜਦੋਂ ਮੈਂ ਆਤਮਿਕ ਮੌਤ ਮਰ ਗਿਆ, ਫਿਰ ਮੇਰਾ ਬਿਹੇਵੀਅਰ ਹੋ ਗਿਆ ਇੱਕ ਪ੍ਰੇਤ ਦੀ ਤਰ੍ਹਾਂ, ਇੱਕ ਭੂਤ ਦੀ ਤਰ੍ਹਾਂ। ਤੇ ਪ੍ਰੇਤ ਦਾ ਸਭ ਤੋਂ ਇੰਪੋਰਟੈਂਟ ਕੈਰੈਕਟਰਿਸਟਿਕ ਕੀ ਹੁੰਦਾ ਹੈ ਕਿ ਲੋਕੀ ਡਰਦੇ ਨੇ ਉਸ ਤੋਂ। ਫਿਰ ਕੀ ਹੋਏਗਾ ਕਿ ਮੇਰਾ ਆਚਰਣ ਹੀ ਉਸ ਤਰ੍ਹਾਂ ਦਾ ਹੈ ਕਿ ਲੋਕ ਮੇਰੇ ਤੋਂ ਡਰਦੇ ਨੇ। ਇੱਕ ਐਗਜ਼ਾਮਪਲ ਲੈ ਲਓ ਸਮਝਣ ਲਈ, ਬਹੁਤ ਸਿੰਪਲ ਜਿਹਾ ਐਗਜ਼ਾਮਪਲ ਹੈ। ਸਪੋਜ਼ ਇੱਕ ਬੱਚਾ ਹੋਏ ਤੇ ਉਹਨੇ ਕੁਛ ਪਰਫਾਰਮੈਂਸ ਕਰਨੀ ਹੈ, ਉਹਦਾ ਫਸਟ ਟਾਈਮ ਪਰਫਾਰਮ ਕਰ ਰਿਹਾ ਹੈ, ਸਮਝ ਲਓ ਕਥਾ ਹੀ ਕਰ ਰਿਹਾ ਹੈ। ਉਹ ਸਟੇਜ ਤੇ ਜਾਂਦਾ ਹੈ, ਉਹ ਕਥਾ ਕਰਦਾ ਹੈ, ਇਟਸ ਆਬਵੀਅਸ ਕਿ ਉਹ ਛੋਟਾ ਜਿਹਾ ਬੱਚਾ ਹੈ, ਫਸਟ ਟਾਈਮ ਕਰ ਰਿਹਾ ਹੈ, ਕੁਛ ਨਾ ਕੁਛ ਗਲਤੀਆਂ ਤੇ ਹੋਣਗੇ ਹੀ। ਮੈਂ ਜੇ ਉਹਦੀ ਕਥਾ ਖਤਮ ਜਦੋਂ ਹੁੰਦੀ ਹੈ, ਜੇ ਮੈਂ ਉਹਦੀ ਗਲਤੀਆਂ ਨੋਟ ਕਰਕੇ ਬੈਠਾ ਹਾਂ, ਮੈਂ ਉਹਨੂੰ ਡਾਂਟਣਾ ਸਟਾਰਟ ਕਰ ਦੇਵਾਂ, ਯਾਰ ਤੂੰ ਇਹ ਗਲਤੀਆਂ ਕੀਤੀ, ਕੁਛ ਸਹੀ ਨਹੀਂ ਕੀਤਾ, ਇਹ ਉਹ ਕਰਾਂ। ਉਸ ਬੱਚੇ ਦੇ ਮਨ 'ਚ ਮੇਰੇ ਲਈ ਹਮੇਸ਼ਾ ਇੱਕ ਡਰ ਬੈਠ ਜਾਏਗਾ ਕਿ ਇਹ ਬੰਦਾ ਬਹੁਤ ਡਰਾਵਨਾ ਹੈ, ਜਾਂ ਫਿਰ ਉਹ ਹਮੇਸ਼ਾ ਹੀ ਡਰੇਗਾ, ਮੇਰੇ ਤੋਂ ਦੂਰ ਹੀ ਰਹੇਗਾ। ਔਨ ਦੀ ਅਦਰ ਹੈਂਡ ਜੇ ਮੈਂ ਉਸ ਬੱਚੇ ਨੂੰ ਮੋਟੀਵੇਟ ਕਰਾਂ, ਜੇ ਮੈਂ ਉਹਨੂੰ ਇੱਕ ਕੰਸਟਰਕਟਿਵ ਵੇ 'ਚ ਸਿਖਾਵਾਂ ਕਿ ਕਿਸ ਤਰ੍ਹਾਂ ਸਹੀ ਚੀਜ਼ ਕਰਨੀ ਹੈ, ਫਿਰ ਉਹ ਬੰਦਾ ਮੈਨੂੰ ਰਿਸਪੈਕਟ ਕਰੇਗਾ, ਉਹ ਐਕਚੁਅਲੀ ਸਮਝੇਗਾ ਕਿ ਦਿਸ ਪਰਸਨ ਵਾਂਟਸ ਗੁੱਡ ਫॉर ਮੀ। ਇੱਥੇ ਉਹੀ ਗੱਲ ਚੱਲ ਰਹੀ ਹੈ ਕਿ ਜਦੋਂ ਤਨ ਤੇ ਪ੍ਰਾਨ ਹੋਤ ਜਬ ਨਿਆਰੇ, ਤੇਰਤ ਪ੍ਰੇਤ ਪੁਕਾਰ, ਕਿ ਜਦੋਂ ਇੱਕ ਬੰਦਾ ਆਤਮਿਕ ਮੌਤ ਮਰ ਜਾਂਦਾ ਹੈ, ਉਹਦਾ ਬਿਹੇਵੀਅਰ ਹੀ ਉਸ ਤਰ੍ਹਾਂ ਦਾ ਹੁੰਦਾ ਹੈ ਕਿ ਤੇਰਤ ਪ੍ਰੇਤ ਪੁਕਾਰ, ਲੋਕੀ ਉਸ ਤੋਂ ਡਰਦੇ ਨੇ, ਉਹਨੂੰ ਅਵੋਇਡ ਕਰਦੇ ਨੇ। ਤੇ ਕੀ ਹੁੰਦਾ ਹੈ, ਆਦ ਘੜੀ ਕੋਉ ਨਹਿ ਰਾਖੈ, ਕਰਤੇ ਦੇਤ ਨਿਕਾਰ। ਇਸ ਤਰ੍ਹਾਂ ਦੇ ਬੰਦੇ ਨੂੰ ਨਾ ਆਪਣੇ ਦਿਲ 'ਚ ਜ਼ਿਆਦਾ ਟਾਈਮ ਵਾਸਤੇ ਨਹੀਂ ਰੱਖ ਸਕਦਾ। ਸਮਝ ਲਓ ਕੋਈ ਬੰਦਾ ਹੈ ਜੋ ਬਹੁਤ ਚੰਗੇ ਕੰਮ ਕਰਦਾ ਹੈ, ਸਾਰਿਆਂ ਦੀ ਹੈਲਪ ਕਰਦਾ ਹੈ, ਉਹ ਬਹੁਤ ਹੀ ਅੱਛੇ ਚੰਗੇ ਆਚਰਣ ਵਾਲਾ ਬੰਦਾ ਹੈ। ਪਤਾ ਹੈ ਜਦੋਂ ਦੋ ਲੋਕ ਕਿਸੇ ਦੀ ਗੱਲ ਕਰ ਰਹੇ ਹੋਣ ਤੇ ਉਹ ਬਹੁਤ ਚੰਗਾ ਬੰਦਾ ਹੈ, ਤੇ ਇੱਕ ਬੰਦਾ ਕਹਿ ਦਿੰਦਾ ਯਾਰ वो तो बहुत अच्छा है, वो तो मेरे दिल में बस गया है। ਉੱਥੇ ਫਿਜ਼ੀਕਲ ਤੌਰ ਤੇ ਦਿਲ 'ਚ ਰਹਿਣ ਦੀ ਗੱਲ ਨਹੀਂ ਚੱਲ ਰਹੀ, ਉਹ ਦਿਲ 'ਚ ਜਗ੍ਹਾ ਹੀ ਉਹਨੇ ਬਣਾ ਲਈ ਹੈ ਕਿਉਂਕਿ ਉਹ ਬੰਦਾ ਇੰਨਾ ਅੱਛਾ, ਉਹ ਕੰਮ ਇੰਨੇ ਅੱਛੇ ਕਰਦਾ ਹੈ। ਔਨ ਦੀ ਅਦਰ ਹੈਂਡ ਜੇ ਬੰਦਾ ਹੀ ਉਸ ਤਰ੍ਹਾਂ ਦਾ ਹੋਏ ਕਿ ਕੁਛ ਅੱਛੇ ਕੰਮ ਨਾ ਕਰੇ, ਉਹਦੇ ਜੀਵਨ 'ਚ ਕੋਈ ਗੁਣ ਨਾ ਹੋਣ, ਫਿਰ ਇਸ ਤਰ੍ਹਾਂ ਦੇ ਬੰਦੇ ਨੂੰ ਆਪਣੇ ਦਿਲ 'ਚ ਜ਼ਿਆਦਾ ਟਾਈਮ ਵਾਸਤੇ ਜਗ੍ਹਾ ਨਹੀਂ ਦਿੱਤੀ ਜਾ ਸਕਦੀ। ਇੱਥੇ ਗੱਲ ਉਹੀ ਚੱਲ ਰਹੀ ਹੈ, ਆਦ ਘੜੀ ਕੋਉ ਨਹਿ ਰਾਖੈ, ਕਰਤੇ ਦੇਤ ਨਿਕਾਰ, ਕਿ ਇਸ ਤਰ੍ਹਾਂ ਦੇ ਬੰਦੇ ਨੂੰ ਆਪਣੇ ਦਿਲ 'ਚ ਜਗ੍ਹਾ ਦੇਣਾ ਬਿਲਕੁਲ ਈਜ਼ੀ ਨਹੀਂ ਹੈ। ਹੁਣ ਜਦੋਂ ਅਸੀਂ ਇਹ ਸਮਝ ਲਿਆ, ਆਓ ਅਗਲੇ ਬੰਦ ਨੂੰ ਸਮਝੀਏ। ਗੁਰੂ ਸਾਹਿਬ ਕਹਿੰਦੇ ਨੇ, ਮ੍ਰਿਗ ਤ੍ਰਿਸ਼ਨਾ ਜਿਉ ਜਗ ਰਚਨਾ, यह देखो हृदय विचार, कहो नानक भज राम नाम नित,
जाते होत उधार। ਇੱਥੇ ਜ਼ਿਕਰ ਆਇਆ ਹੈ ਮ੍ਰਿਗ ਤ੍ਰਿਸ਼ਨਾ ਦੀ। ਮ੍ਰਿਗ ਤ੍ਰਿਸ਼ਨਾ ਜਿਉਂ ਜਗ ਰਚਨਾ। ਇੱਕ ਹਿਰਨ ਨੂੰ ਇੱਕ ਇਲੂਜ਼ਨ ਹੁੰਦਾ ਹੈ ਕਿ ਉਹ ਜਦੋਂ ਕਿਤੇ ਦੂਰ ਵੇਖੇ ਨਾ, ਜਦੋਂ ਧੁੱਪ 'ਚ ਰੇਤ ਚਮਕ ਰਹੀ ਹੁੰਦੀ ਹੈ, ਹਿਰਨ ਨੂੰ ਲੱਗਦਾ ਹੈ ਕਿ ਉਹ ਪਾਣੀ ਹੈ। ਉਹਨੂੰ ਮਿਰਾਜ ਇਲੂਜ਼ਨ ਕਹਿੰਦੇ ਆ ਕਿ ਜਦੋਂ ਉਹ ਕਿਤੇ ਦੂਰ ਵੇਖੇ ਉਹਨੂੰ ਲੱਗੇ ਕਿ ਉੱਥੇ ਹੈ ਰੇਤ, ਬਟ ਧੁੱਪ 'ਚ ਚਮਕ ਰਹੀ ਹੈ, ਉਹਨੂੰ ਲੱਗਦਾ ਹੈ ਕਿ ਪਾਣੀ ਹੈ ਕਿਉਂਕਿ ਉਹਨੂੰ ਬਹੁਤ ਪਿਆਸ ਲੱਗੀ ਹੁੰਦੀ ਹੈ। ਤੇ ਉਹ ਹਿਰਨ ਭੱਜ ਕੇ ਉੱਥੇ ਤੱਕ ਜਾਂਦਾ ਹੈ ਤੇ ਉੱਥੇ ਜਾ ਕੇ ਉਹਨੂੰ ਪਤਾ ਚੱਲਦਾ ਹੈ ਕਿ ਉਹ ਹੈ ਰੇਤ ਹੀ, ਪਾਣੀ ਹੈ ਹੀ ਨਹੀਂ। ਉੱਥੇ ਜਦੋਂ ਪਹੁੰਚਿਆ, ਹੋਰ ਦੂਰ ਵੇਖਿਆ, ਉਹਨੂੰ ਫਿਰ ਤੋਂ ਲੱਗਿਆ ਕਿ ਹੋਰ ਦੂਰ ਉੱਥੇ ਪਾਣੀ ਹੈ। ਹਿਰਨ ਐਸੀ ਇਲੂਜ਼ਨ 'ਚ ਰਹਿੰਦਾ ਹੈ, ਐਸੀ ਭੱਜ ਦੌੜ 'ਚ ਭੱਜਦੇ ਉਹਨੂੰ ਪਾਣੀ ਤੇ ਕਦੀ ਨਹੀਂ ਮਿਲਦਾ, ਪਰ ਭੱਜਦੇ ਹੀ ਉਹ ਆਪਣਾ ਜੀਵਨ ਖੋ ਬੈਠਦਾ ਹੈ। ਗੁਰੂ ਸਾਹਿਬ ਸਾਨੂੰ ਕਹਿੰਦੇ ਨੇ, ਮ੍ਰਿਗ ਤ੍ਰਿਸ਼ਨਾ ਜਿਉਂ ਜਗ ਰਚਨਾ, ਯਹ ਦੇਖੋ ਹਿਰਦੈ ਵਿਚਾਰ। ਗੁਰੂ ਸਾਹਿਬ ਕਹਿੰਦੇ ਨੇ ਕਿ ਜਿਸ ਤਰ੍ਹਾਂ ਇੱਕ ਹਿਰਨ ਨੂੰ ਇੱਕ ਇਲੂਜ਼ਨ ਹੁੰਦਾ ਹੈ, ਉਹਨੂੰ ਲੱਗਦਾ ਹੈ ਕਿ ਉੱਥੇ ਪਾਣੀ ਹੈ, ਬਟ ਪਾਣੀ ਹੈ ਨਹੀਂ। ਗੁਰੂ ਸਾਹਿਬ ਕਹਿੰਦੇ ਨੇ ਉਸ ਤਰ੍ਹਾਂ ਹੀ ਹੇ ਮਨੁੱਖ, ਤੂੰ ਇਸ ਇਲੂਜ਼ਨ 'ਚ ਜੀ ਰਿਹਾ ਹੈ ਕਿ ਰੱਬ ਕੁਛ ਹੋਰ ਹੈ ਤੇ ਤੂੰ ਕੋਈ ਹੋਰ ਹੈ। ਤੂੰ ਉਹ ਰੱਬੀ ਗੁਣ ਜੋ ਆਪਣੇ ਜੀਵਨ 'ਚ ਧਾਰਨ ਕਰਕੇ ਜੀਨੇ ਸੀ, ਉਹ ਤੂੰ ਕੀਤੇ ਹੀ ਨਹੀਂ। ਮ੍ਰਿਗ ਤ੍ਰਿਸ਼ਨਾ ਜਿਉਂ ਜਗ ਰਚਨਾ, ਜੋ ਇਹ ਜਗ ਸੀ, ਇਹ ਜਗ ਸੱਚੇ ਕੀ ਹੈ ਕੋਠਰੀ, ਸੱਚੇ ਕਾ ਵਿਸ਼ਵਾਸ। ਤੂੰ ਇਸ ਜਗ 'ਚ ਜੀਣ ਦੇ ਬਜਾਏ ਤੂੰ ਕੀ ਕੀਤਾ? ਤੂੰ ਆਪਣਾ ਅਲੱਗ ਹੀ ਜਗ ਬਣਾ ਲਿਆ। ਤੇ ਉਹ ਜਗ ਕਿਸ ਦੇ ਬੇਸਿਸ ਤੇ ਬਣਾਇਆ? ਤੂੰ ਦੁਰਮਤ ਦੇ ਬੇਸਿਸ ਤੇ ਬਣਾਇਆ। ਤ੍ਰਿਸ਼ਨਾ, ਲਾਲਚ, ਝੂਠ ਦੇ ਬੇਸਿਸ ਤੇ ਤੂੰ ਆਪਣਾ ਜਗ ਬਣਾ ਬੈਠਿਆ ਹੈ। ਤੇ ਪਤਾ ਹੈ ਉਹਦਾ ਨਤੀਜਾ ਕੀ ਨਿਕਲਿਆ ਕਿ ਇਸ ਜਗ 'ਚ ਤੂੰ ਰਹਿ ਤੇ ਰਿਹਾ ਸੀ, ਬਟ ਕਿਉਂਕਿ ਦੁਰਮਤ ਦੇ ਬੇਸਿਸ ਤੇ ਰਹਿ ਰਿਹਾ ਸੀ, ਉਸ ਜਗ 'ਚ ਜੋ ਵੀ ਚੀਜ਼ ਸੀ ਉਹ ਝੂਠੀ ਸੀ। ਗੁਰੂ ਸਾਹਿਬ ਨਾ ਅਗਲੇ ਸ਼ਬਦ 'ਚ ਇਹਦਾ ਜ਼ਿਕਰ ਕਰਦੇ ਨੇ, ਕਹਿੰਦੇ ਨੇ, ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਹੀ ਸੁਖ ਸਿਉ ਸਭ ਲਾਗੈ, ਕਿਆ ਦਾਰਾ ਕਿਆ ਮੀਤ ਰਹਾਓ। ਗੁਰੂ ਸਾਹਿਬ ਕਹਿੰਦੇ ਨੇ, ਜੋ ਤੂੰ ਝੂਠਾ ਜਗ ਬਣਾ ਬੈਠਿਆ ਹੈ ਨਾ, ਇਸ ਜਗ 'ਚ ਜੋ ਪ੍ਰੀਤ ਹੈ ਉਹ ਵੀ ਝੂਠੀ ਹੈ। ਦਿਲੋਂ ਮੁਹੱਬਤ ਜਿਨ से ही सच्चा, ਇਹ ਵਾਲੀ ਪ੍ਰੀਤ ਨਹੀਂ ਹੈ। ਪਤਾ ਹੈ ਕਿਹੜੀ ਪ੍ਰੀਤ ਹੈ? ਖੁਦਗਰਜ਼ੀ ਵਾਲੀ, ਆਪਣੇ ਹੀ ਸੁਖ ਸਿਉ ਸਭ ਲਾਗੇ। ਤੂੰ ਉਸ ਪ੍ਰੀਤ 'ਚ ਫਸ ਚੁੱਕਿਆ ਹੈ ਕਿਉਂਕਿ ਤੂਨੇ ਜਗ ਹੀ ਦੁਰਮਤ ਦੇ ਬੇਸਿਸ ਤੇ ਬਣਾਈ ਹੈ। ਗੁਰੂ ਸਾਹਿਬ ਕਹਿੰਦੇ ਨੇ, ਮ੍ਰਿਗ ਤ੍ਰਿਸ਼ਨਾ ਜਿਉਂ ਜਗ ਰਚਨਾ, यह देखो हृदय विचार, कहो नानक पज राम नाम नित, जाते हो तुधार। ਹੁਣ ਜਦੋਂ ਤੂੰ ਇਹ ਜਗ ਬਣਾ ਬੈਠਿਆ ਹੈ, ਜੋ ਝੂਠ ਦੇ ਬੇਸਿਸ ਤੇ ਕ੍ਰੀਏਟ ਕੀਤੀ ਹੈ, ਤੂੰ ਕਿਉਂਕਿ ਇਲੂਜ਼ਨ 'ਚ ਹੈ, ਗੁਰੂ ਸਾਹਿਬ ਕਹਿੰਦੇ ਨੇ, ਪਰ ਹਾਂ ਤੂੰ ਇਹਦੇ ਤੋਂ ਬਚ ਸਕਦਾ ਹੈ। ਪਤਾ ਹੈ ਕਿਸ ਤਰ੍ਹਾਂ? ਕਹੋ ਨਾਨਕ ਭਜ ਰਾਮ ਨਾਮ ਨਿਤ, ਜਾਤੇ ਹੋ ਤੁਧਾਰ। ਜੇ ਤੂੰ ਉਹਦੇ ਤੋਂ ਬਚਣਾ ਚਾਹੁੰਦਾ ਹੈ ਨਾ, ਤੈਨੂੰ ਇੱਕ ਚੀਜ਼ ਕਰਨੀ ਪੜੇਗੀ, ਕਹੋ ਨਾਨਕ ਭਜ ਰਾਮ ਨਾਮ ਨਿਤ। ਹੁਣ ਸਾਨੂੰ ਸਮਝਣਾ ਪਏਗਾ ਕਿ ਉਸ ਰਮੇ ਹੋਏ ਪਰਮਾਤਮਾ ਦੇ ਨਾਮ ਨੂੰ ਕਿਸ ਤਰ੍ਹਾਂ ਭਜਿਆ ਜਾਏ। ਸਿੰਪਲ ਐਗਜ਼ਾਮਪਲਸ ਲੈ ਲਓ ਜੋ ਅਸੀਂ ਆਨੰਦ ਸਾਹਿਬ ਵਿੱਚ ਵੀ ਪੜ੍ਹਦੇ ਹਾਂ। ਮੇਰੇ ਅੱਖਾਂ ਦਾ ਕੀ ਸਿਚੁਏਸ਼ਨ ਹੈ, ਲਾਈਕ ਹੁਣੇ ਮੇਰੇ ਅੱਖ ਕਿਸ ਤਰ੍ਹਾਂ ਦੇ ਨੇ, ਉਹ ਬੁਰੀ ਚੀਜ਼ਾਂ ਦੇਖਣਾ ਪਸੰਦ ਕਰਦੇ ਨੇ, ਉਹ ਲੋਕਾਂ ਨੂੰ ਬੁਰੀ ਨਜ਼ਰ ਨਾਲ ਵੇਖਦੇ ਨੇ। ਮੇਰੇ ਅੱਖਾਂ 'ਚ ਡੁਐਲਿਟੀ ਹੈ, ਤੇਰ ਮੇਰ ਹੈ। ਪਰ ਗੁਰੂ ਸਾਹਿਬ ਕਹਿੰਦੇ ਨੇ, ਇਹ ਨੇਤਰੇ ਹੋ ਮੇਰੇ ਹੋ, ਹਰ ਤੁਮੇ ਜੋਤ ਤਰੀ, ਹਰ ਬਿਨ ਅਵਰ ਨਾ ਦੇਖੋ ਕੋਈ। ਗੁਰੂ ਸਾਹਿਬ ਕਹਿੰਦੇ ਨੇ ਕਿ ਤੂੰ ਆਪਣੇ ਅੱਖਾਂ ਨੂੰ ਇਸ ਤਰ੍ਹਾਂ ਬਣਾ ਕਿ ਤੂੰ ਸਾਰਿਆਂ ਨੂੰ ਇੱਕੋ ਨਜ਼ਰ ਨਾਲ ਵੇਖੇ। ਤੂੰ ਇਹ ਸਮਝ ਜਾਏ ਕਿ ਸਭ ਮੈਂ ਜੋਤ ਹੈ ਸੋਈ। ਤਾਂ ਕੀ ਹੋਏਗਾ? ਮੇਰੇ ਅੱਖ ਉਸ ਰਮੇ ਹੋਏ ਪਰਮਾਤਮਾ ਨੂੰ ਭਜ ਰਹੇ ਨੇ। ਸਿਮਿਲਰਲੀ ਮੇਰੇ ਕੰਨ, ਹੁਣੇ ਕੀ ਹੈ, ਮੇਰੇ ਕੰਨਾਂ ਨੂੰ ਚੁਗਲੀ ਸੁਣਨ 'ਚ ਬਹੁਤ ਮਜ਼ਾ ਆਉਂਦਾ ਹੈ, ਮੇਰੇ ਕੰਨਾਂ ਨੂੰ ਨਿੰਦਾ ਸੁਣਨ 'ਚ ਬਹੁਤ ਮਜ਼ਾ ਆਉਂਦਾ ਹੈ। ਬਟ ਤੂੰ ਆਪਣੇ ਕੰਨਾਂ ਨੂੰ ਕਿਸ ਤਰ੍ਹਾਂ ਬਣਾ? ਇਹ ਸ਼ਰਵਨੋ ਮੇਰੇ ਹੋ, ਸਾਚੇ ਸੁਣਨੇ ਨੂੰ ਪਠਾਏ। ਸਾਚੇ ਸੁਣਨੇ ਨੂੰ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ। ਤੂੰ ਆਪਣੇ ਕੰਨਾਂ ਨੂੰ ਇਸ ਤਰ੍ਹਾਂ ਦਾ ਬਣਾ ਕਿ ਤੈਨੂੰ ਸੱਚ ਸੁਣਨਾ ਅੱਛਾ ਲੱਗ ਜਾਏ। ਤੂੰ ਲਿਸਨਿੰਗ ਨੂੰ ਓਪਨ ਹੋ ਜਾ, ਤੂੰ ਅੱਛਾ ਬਣ ਜਾ। ਜਦੋਂ ਤੂੰ ਇਹ ਕਰ ਲੇਗਾ, ਜਦੋਂ ਤੇਰੇ ਅੱਖ
ਤੇਰੇ ਅੱਖਾਂ ਨੂੰ ਵੇਖਣਾ ਆ ਜਾਏਗਾ, ਤੇਰੇ ਕੰਨਾਂ ਨੂੰ ਸੁਣਨਾ ਆ ਜਾਏਗਾ, ਜਦੋਂ ਤੇਰੇ ਜ਼ੁਬਾਨ ਨੂੰ ਬੋਲਣਾ ਆ ਜਾਏਗਾ, ਉਦੋਂ ਅਸੀਂ ਕਹਿ ਸਕਦੇ ਹਾਂ ਕਿ ਤੂੰ ਰਾਮ ਨਾਮ ਨੂੰ ਭਜ ਰਿਹਾ ਹੈ। ਤੇ ਪਤਾ ਹੈ ਕੀ ਹੋਏਗਾ? ਜਾਤੇ ਹੋ ਉਧਾਰ, ਜਦੋਂ ਤੂੰ ਇਹ ਕਰ ਲਿਆ, ਇਹਦੇ ਨਾਲ ਕੀ ਹੋਏਗਾ? ਤੇਰਾ ਉਧਾਰ ਹੋ ਜਾਏਗਾ। ਹੁਣ ਕਿਉਂਕਿ ਇੱਥੇ ਆਤਮਿਕ ਤੌਰ ਤੇ ਜੀਣ ਦੇ ਮੌਤ ਦੀ ਗੱਲ ਚੱਲ ਰਹੀ ਹੈ, ਇਹ ਕਲੀਅਰ ਹੋ ਜਾਂਦਾ ਹੈ ਕਿ ਸਾਨੂੰ ਜੇ ਉਧਾਰ ਮਿਲਣਾ ਹੈ, ਉਹ ਸਾਨੂੰ ਜਿੰਦੇ ਜੀ ਹੀ ਮਿਲਣਾ ਹੈ। ਤੇ ਇਹ ਵੀ ਕਲੀਅਰ ਹੈ ਕਿ ਇਹ ਸਾਡੇ ਹੱਥਾਂ ਵਿੱਚ ਹੀ ਹੈ। ਗੁਰੂ ਸਾਹਿਬ ਸਾਨੂੰ ਇੱਥੇ ਇਹੀ ਸਮਝਾ ਰਹੇ ਨੇ ਕਿ ਹੋ ਨਾਨਕ ਭਜ ਰਾਮ ਨਾਮ ਨਿਤ, ਜਾਤੇ ਹੋ ਤੁਧਾਰ। ਹੁਣ ਇੱਕ ਵਾਰੀ ਤੂੰ ਉਸ ਰਮੇ ਹੋਏ ਪਰਮਾਤਮਾ ਨੂੰ ਭਜ ਲਿਆ, ਜਦੋਂ ਤੂੰ ਆਪਣੇ ਜੀਵਨ ਦੇ ਸਾਰੇ ਕੰਮ ਉਹ ਰੱਬੀ ਗੁਣ ਆਪਣੇ ਜੀਵਨ 'ਚ ਵਸਾ ਕੇ ਕੀਤੇ, ਜਦੋਂ ਤੂੰ ਉਹ ਚੰਗੇ ਕੁਆਲਿਟੀਜ਼ ਆਪਣੇ ਜੀਵਨ ਵਿੱਚ ਲਿਆਇਆ, ਤੇਰਾ ਉਧਾਰ ਹੋ ਜਾਏਗਾ। ਤੇ ਉਹਦਾ ਨਤੀਜਾ ਕੀ ਨਿਕਲੇਗਾ? सब कुछ जीवत को व्यवहार, तू आत्मिक मौत कभी भी नहीं मरेगा। ते तेरे दुनियावी जो संबंध ने, जो रिश्ते ने, तू सोसाइटी विच कंट्रीब्यूट कर पाएगा। पर हाँ, उदा एक कंडीशन है, वो की है कि तेनू जो तू दुरमत लेके बैठा है, वो दुरमत तेनू छड़नी पेगी। ते वो दुरमत छड़ के तेनू गुरु दी चंगी मत अपनानी पेगी। ते वो किस तरह? गुर के शब्द बनावो ए मन। जदों तू अपना मन उस गुरु दी सिक्ख्या नाल बना लिया, उदों ही तू आत्मिक तौर ते हमेशा जिंदा रह पाएगा। ते जे तू आत्मिक तौर ते जिंदा रह पाएगा, ताही तू दुनियावी संबंध कायम रख पाएगा ते सोसाइटी च एक वैल्यूएबल एसेट बन पाएगा। भुलां चुकां दी खिमा। वाहिगुरु जी का खालसा, वाहिगुरु जी की फतेह। दुर्मत भागहीन मत फीके, नाम सुनत आवे मन रुखे, कौआ काग को अमृत रस पाइए, तृप्ते बिष्ठा काहे मुख को है। हर एक कुदरती तौर ते जिहड़ा जीव जंतु है, उहदी एक खुराक है। तुसी कौआ काग नूं अमृत पा दो, उन्होंने संतुष्टि नहीं आनी, उन्होंने रज नहीं मिलना। गुरु साहब एक तो होर स्पष्ट कर देंगे ने, हंसा हीरा मोती चुगना, हंस की खुराक हीरे मोती। अगे स्पष्ट कर देंगे ने, बग डड्डा पालन जावे, बग की खुराक बग डड्डा पालन जावे। हुण जदों एक चीज बिल्कुल स्पष्ट होती पई है, हर चीज की अपनी अपनी एक खुराक है, फिर इहदा यह निकलिया जे असी जिंदा लेना चाहते हैं तो सानू भी कोई खुराक की लोड़ है, क्योंकि मसला चल पे सब कुछ जीवत को व्यवहार। जदों असी जिंदगी की गल करिए, जिंदा होने की गल करिए, तो असी यह कहांगे कि साडा शरीरक जन्म तो हो गया, कोई दो राय नहीं, जिन्हों कुदरती नियम के अनुसार मां की रकत पिता बिन तारा। हुण ओ हो गया, पर गुरु कहंदा पे नहीं भलिया पुरखा, ओ चीज़ां तेरे कंट्रोल विच नहीं सी। तेरे कंट्रोल विच की सी? तेरा एक नवा जन्म करना। ओ नवा जन्म किवें होना है? गुर के शब्द बनावो ए मन। जदों तू अपना नवा मन बनाता, समझ जाए तेरा एक नवा जन्म हो गया, जिसनों गुरु साहब फिर समझाते हैं, सतगुर के जन्म है गमन मिटाया। हुण जदों जन्म होंदा पे, उस चीज नूं खुराक दी लोड़ है। हुण समझना पएगा असी अपनी खुराक की बनाया हुआ है। कि साडी खुराक हंसा हीरा मोती चुगना ते खड़ी है, जां साडी खुराक बग डड्डा पालन का जावे ते खड़ी है। जे साडी खुराक खड़ी है दुर्मत भागहीन मत फीके, नाम सुनत आवे मन रोहे, कौआ काग को अमृत रस पाइए, तृप्ते बिष्ठा काहे मुख को। कि साडी खुराक बिष्ठा खड़ी है। जे साडी खुराक बिष्ठा करी, तो गुरु साहब एक चीज बड़ा ही प्यार नाल सानू समझाते हैं। गुरु साहब कहते पे ने, जिनके चित्त कठोर हैं से बहें ना सतगुर पास। असी कहांगे असी ते फिजिकली गुरुकुल बैठते हैं, असी ते गुरुद्वारे चौकड़े मार के भी बैठते हैं, असी ते बड़ियां गल्लां सुनने हैं, यह पंक्ति फिर साडे ढिड ना। गुरु कहते पे ना, जे तेरे चित्त कठोर हो चुके हैं ना,
ਇੱਕ ਪੱਲੇ ਰੁਕਾਂ। ਐਗਜ਼ਾਮਪਲ ਮੈਂ ਵੈਸੇ ਪਹਿਲੇ ਵੀ ਕਈ ਵਾਰੀ ਮੇਰੇ ਖਿਆਲ ਸੈਟਰਡੇ ਦੀ ਕਲਾਸ ਵਿੱਚ ਸਾਂਝੀ ਕੀਤੀ ਸੀ। ਅਸੀਂ ਨਾ ਸ਼ਬਦ ਦੀ ਕੈਟੇਗਰਾਈਜੇਸ਼ਨ ਕਰ ਦਿੱਤੀ। ਅਸੀਂ ਕਹਿਤਾ ਫਲਾਣੇ ਸ਼ਬਦ ਨੇ ਇਹ ਇਸ ਰਿਚੁਅਲ ਦੇ ਨਾਲ ਜੋੜੇ ਜਾਣੇ ਨੇ, ਜਿਵੇਂ ਵਿਆਹ ਹੈ ਤੇ ਇਹ ਸ਼ਬਦ, ਕਿਸੇ ਦਾ ਘਰ ਬੱਚਾ ਹੋਇਆ ਤੇ ਇਹ ਸ਼ਬਦ, ਕਿਸੇ ਦੀ ਡੈਥ ਹੋਈ ਹੈ ਇਹ ਸ਼ਬਦ, ਕਿਸੇ ਨੇ ਕੋਈ ਘਰ ਮਕਾਨ ਲਿਆ ਤੇ ਇਹ ਸ਼ਬਦ। ਇਸ ਢੰਗ ਨਾਲ ਅਸੀਂ ਸ਼ਬਦ ਜੋ ਮੌਤ ਨਾਲ ਜੋੜਤੇ। ਅਸੀਂ ਕਹਿਤਾ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਬਾਣੀ ਬੜੀ ਬੈਰਾਗਮਈ ਹੈ। ਅਸੀਂ ਇਹ ਕਹਿਤਾ ਕਿ ਮਿਸਾਲ ਦੇ ਤੌਰ ਤੇ ਜੋ ਬਾਬਾ ਕਬੀਰ ਸਾਨੂੰ ਇਤਨੀ ਪੋਜ਼ਿਟਿਵਿਟੀ ਲੈ ਕੇ ਆਉਂਦੇ ਪਏ ਨੇ, ਸਾਨੂੰ ਕਿਸ ਅਵਸਥਾ ਤੇ ਲੈ ਕੇ ਜਾਂਦੇ ਪਏ ਨੇ, ਅਸੀਂ ਜੋੜਤੇ ਸ਼ਬਦ ਬਾਬਾ ਬੋਲਤੇ ਥੇ ਕਹਾਂ ਗਏ। ਅਸੀਂ ਇਹ ਸਮਝ ਲਿਆ ਕਿ ਇਹ ਕਿਸੇ ਦੇ ਮਰਨ ਦੀ ਗੱਲ ਚੱਲਦੀ ਪਈ ਹੈ। ਕੋਈ ਬੜੇ ਬੋਲਦੇ ਸੀ, ਹੁਣ ਮਰ ਗਏ, ਪਤਾ ਨਹੀਂ ਕਿੱਥੇ ਚਲੇ ਗਏ। ਦੇਹੀ ਕੇ ਸੰਗ ਰਹਤੇ ਸੁਰਤ ਮਾਈ ਜੋ ਨਿਰਤੇ ਕਰਤੇ ਕਥਾ ਵਾਰਤਾ ਕਹਤੇ। ਸਾਨੂੰ ਇੰਜ ਪ੍ਰਤੀਤ ਹੋਇਆ, ਇੰਜ ਸਾਨੂੰ ਦੱਸਿਆ ਗਿਆ, ਇੰਜ ਗਾਇਆ ਗਿਆ, ਇੰਜ ਫੀਲ ਕਰਾਇਆ ਗਿਆ ਕਿ ਇਹ ਜੋ ਸ਼ਬਦ ਨੇ ਇਹ ਕਿਸੇ ਦੀ ਮੌਤ ਲਈ ਨੇ। ਪਰ ਕਿਧਰ ਗਿਆ ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ ਦਾ ਕਨਸੈਪਟ। ਬਾਬਾ ਕਬੀਰ ਉਧਰ ਉਹ ਜੋ ਇੱਕ ਪੋਜ਼ਿਟਿਵਿਟੀ ਵਾਲੀ ਖਿਆਲ ਲੈ ਕੇ ਆਂਦੇ ਪਏ ਨੇ। ਤੁਸੀਂ ਮੈਨੂੰ ਬੜਾ ਨਚਾਉਂਦੇ ਸੀ ਨਾ, ਮੈਂ ਸੀ ਤੇ ਰਾਜਾ, ਪਰ ਕਿਹੋ ਜਿਹਾ ਰਾਜਾ ਬਾਲਕ ਨਗਰੀ ਕਾਚੀ ਸੀ। ਮੈਨੂੰ ਜਿਹੜੇ ਜਿਹੜੇ ਖਿਆਲ ਆਂਦੇ ਸੀ, ਜੋ ਨੈਗੇਟਿਵ ਸੋਚ ਆਂਦੀ ਸੀ, ਉਸ ਅਨੁਸਾਰ ਮੈਂ ਡਾਂਸ ਕਰਦਾ ਸੀ, ਉਹਨਾਂ ਦੇ ਟਿਊਨ ਦੇ ਅਨੁਸਾਰ ਮੈਂ ਜੀਂਦਾ ਸੀ। ਮੈਂ ਲਾਈਫ ਦੇ ਆਪਣੇ ਕੰਟਰੋਲ ਵਿੱਚ ਤੇ ਸੀ ਨਹੀਂ। ਹੁਣ ਜਦੋਂ ਮੈਂ ਆਪਣੇ ਦੇਸ਼ ਦੇ ਉੱਤੇ, ਆਪਣੇ ਸਰੀਰ ਦੇ ਉੱਤੇ ਮੈਂ ਕਬਜ਼ਾ ਕਰ ਲਿਆ, ਮੈਂ ਕਬਜ਼ਾ ਕਰ ਲਿਆ ਦਾ ਭਾਵ ਜੋ ਮਾਨੁਖ की टेक बृथी सब जान से, मानुख की टेक ਦਾ ਭਾਵ ਜੋ ਮੇਰੇ ਮਨ के थॉट प्रोसेस वाली टेक ਸੀ ਉਹ ਵੇਸਟ ਮੈਂ ਸਮਝ ਲਈ। ਉਹ ਸਮਝ ਲੈ ਕਿ ਉਸ ਚੀਜ਼ ਨਾਲ ਕੁਝ ਹੋ ਨਹੀਂ ਸਕਦਾ। ਫਿਰ ਹੁਣ ਮੈਂ ਗੁਰ ਕੇ ਸ਼ਬਦ ਬਣਾਵੋ, ਇਹ ਨਵਾਂ ਮਨ ਬਣਾਤਾ। ਹੁਣ ਜਦੋਂ ਮੈਂ ਕੰਟਰੋਲ ਵਿੱਚ ਆ ਗਿਆ, ਹੁਣ ਸਵਾਲ ਕਰਦੇ ਪਏ ਨੇ बाबा बोलते थे कहाँ गए, किधर गए, बहुत नचाया मेरे को इतना टाइम। अब मैंने डिसाइड कर लिया मेरा मन मंदरिया ना बजावे, हुण मैं डांस नहीं करना तुहाडे ट्यून ते। सिमिलरली एक शब्द होर जोड़िया गया जो मौत नाल जोड़िया गया, जिन्हों क्या पढ़िया जाता है कई बारी कि पवने में पवन समाया, ज्योति में ज्योत रल जाया, माटी माटी हुई एक, रोवन हारे की कवन टेक, कौन मुआरे कौन मुआ, ब्रह्म ज्ञानी मिल करो बेचारा ये तो चलत बया। हुण उधर गल फिर दोबारा किसी होर मसले दी चलदी पई है, पर असी जोड़ के कैटेगराइजेशन करती कि यह जन्म दा एक मरण दा। एक होर नुक्ता आ गया, सूरज किरण मिले जल काल जल हुआ राम। सानू समझिया कि जिस दी डेथ हो गई है उस चीज का जिक्र चलता पे कि सूरज दे और जल दा जल हो गया, माटी माटी हुई एक, रोवन हारे की कवन टेक ना। गुरु साहब समझाते मैंने भलिया पुरखा तू देख पानी है, पानी का असल रूप की है, पानी इकट्ठा होया कि मैं हाइड्रोजन ते ऑक्सीजन। हुण वो जो पानी का तत्त असल भाव है जदों उन्होंने फ्रीज करता गया, जमाता गया, वो की बन गया बर्फ। हुण बर्फ दा की एक प्रॉपर्टी है, वो क्योंकि फ्रीज हो चुकी है, जब वो बर्फ अगर जोर दी किसी ते सुट्टी जाए तो वो बर्फ नुकसान कर सकती है। क्यों? क्योंकि वो एक बड़ी सख्त सॉलिड फॉर्म में आ चुकी है। पर जदों उससे ही बर्फ नो उबालता जाए वो भाप बन जाती है। असल मूल रूप की सी पानी किधरों आया, हाइड्रोजन एंड ऑक्सीजन। गुरु साहब कहते मैंने भलिया पुरखा जो तेरा कठोर हो चुकिया मन सी ना, जो पत्थर बर्फ हो चुकिया सी, हुण ए नुकसान पहुंचा रहा सी, बिकॉज इतना अपना असल भाव ते मन तू जोत स्वरूप है सी, पर इतना कठोर हो चुकिया सी, जिन्होंने गुरु साहब कहते पहले जिनके चित कठोर है, इतना कठोर हो चुकिया सी कि हुण कोई फायदा नहीं दे पा रहा सी, हुण नुकसान करदा पिया सी। पर जदों ज्ञान दियां किरणां, सूरज किरण मिले, ओ ज्ञान दी किरणां मेरे कठोर हो चुके, बर्फ हो चुके मन ते पईयां, जिहदे अंदर फीलिंग खत्म हो चुकी सी, इमोशन खत्म हो चुके सी। सूरज किरण मिले, जदों ओ ज्ञान दियां किरणां मेरे बर्फ कठोर हो चुके मन ते पईयां, की होया, जलका जल हुआ राम। फिर दोबारा उन्हें समझ लिया मन तू जोत स्वरूप में अपना मूल पहचान, वो अपने असले वाल आ गया, गुर के शब्द बनावो ये मन कर लिया। जदों वो नवा जन्म कर लिया, उस गल की बात गुरु तेग बहादुर पातशाह करते पे ने, जो तो एक अपना नवा आत्मक जन्म कर लेना, जिन्होंने गुरु साहब कहते ने सबके जीवत को व्यवहार, तो आत्मक तौर पर जिंदा है। हुण तुम बर्फ मांगनी है कि कोई जदों सुटिया जाए तो तू नुकसान पहुंचाते, हुण तू पानी मांगे कि प्यास बुझाते। फिर जो बाहरली रिश्ते भी हैं, बाहरली समाज विच भी है, वो तेरे नाल डील कर पाएगा, क्योंकि तेरा हाल करतूत पशु की मानस जात वाली नहीं हुई, तेरी हालत जिन मानस ते
देवते किए। वो जो मानस मन वाले ख्याल थे, दुर्मत भागहीन मत फीके वाले थे, वो दैवी गुण में कन्वर्ट हो गए। ਉਹਦੇ ਨਾਲ हर बंदा डील कर सकता है। ਅੱਗੇ ਸ਼ਬਦ ਵਿੱਚ ਸ਼ਬਦ ਕੋਵਿਡ ਨੇ ਪੂਰਾ 2 ਬੰਦ ਦਾ ਸ਼ਬਦ ਹੈ, ਕੋਵਿਡ ਨੇ ਪੂਰਾ ਡਿਟੇਲ ਵਿੱਚ ਸਮਝਾਤੇ, ਮੈਨੂੰ ਲੱਗਦਾ ਹੋਰ ਜ਼ਿਆਦਾ ਵਿਸਤਾਰ ਦੀ ਲੋੜ ਨਹੀਂ। ਅੰਦਰ ਇੱਕ ਲਫ਼ਜ਼ ਆਇਆ ਵਰਤਿਆ ਗਿਆ ਪ੍ਰੇਤ। ਇਹ ਨਾ ਸਵਾਲ ਕਈ ਵਾਰੀ ਪੁੱਛਿਆ ਗਿਆ ਭੂਤ ਹੁੰਦੇ ਨੇ, ਪ੍ਰੇਤ ਹੁੰਦੇ ਨੇ? ਗੁਰੂ ਸਾਹਿਬ ਕਹਿੰਦੇ ਹਾਂ ਹੁੰਦੇ ਨੇ। कल मैं प्रेत जिन राम ना पछाता। यार मरने के बाद कौन से प्रेत होंगे पता नहीं। वैसे ना कपूर लिखता है कि जो भारत के भूत होंगे ने वो सफेद कपड़े पाते हैं ते ਜਿਹੜੇ यूरोप के भूत होंगे ने वो काले कपड़े पाते हैं। ते साडी ना एक फितरत बन गई, असी जिस चीज तो डरे, सानू डराया गया, धमकाया गया। दूजी चीज होर नोट करना, पंजाब के भूत पंजाबी बोलते हैं, बिहार के भूत बिहारी बोलते हैं। हर जगह के भूतों की लैंग्वेज भी अपनी अपनी बन गई। क्यों? क्योंकि बस सानू डराया गया, धमकाया गया, से बस उस सोच विच ही रहे, पता नहीं क्या हो जाएगा। पर गुरु साहब कहते पे ने भूत होंदे ने, होंदे ने, सुन केड़े ने? कल मैं प्रेत जिन राम ना पछाता। होर सुन ले, कली अंदर नानका जिन्ना दा अवतार, पुत जनूरा धी जनूरी, जोरू जिन्ना दा सरदार। हुण किस किस दा इलाज कराएगा डेरियां ते लेके जाके? गुरु कहंदे पे नहीं भरिया पुरखा। हर भगत भाव हीनन। हरि दी भगती, भाव भगती दी परिभाषा विनगुण कीते भगत ना होए। भगती अखा मेटना नहीं, भगती समाधि लाना नहीं, भगती गुण धारण करना है, भगती अपने नेगेटिव ख्याल नू सप्रेस करना है। ओ वाली जेड़ी भगती है, हर भगत भाव हीनन, ओ वाली भगती भाव तू हीनन सखने जेड़े हन, गुरु साहब कहंदे पे ने नानक प्रभ बिसरत ते प्रेतता। रिपीट करा, हर भगत भावहीनन। और रब्बी नियमावली जो बाहर काम कर दी है, मेरे अंदर भी वही काम कर दी पई है। मैं समझ नहीं सकिया, मैं मेरे मन नू और रब वांग बनाना है, और रब दयालु है ताकि मैं अपने सारे इंद्रियां ते कृपा करके वो गलत कम्मा तू रोक सका। गुरु साहब कहने पे ने जो तू चीज नहीं समझ सकिया ना, तू गुनाह नू धारण करने दे बजाय पता नहीं केड़ी भक्ति करदा रहा, कर्म कांड विच उलझा रहा। जिन्हों गुरु साहब कहते पे जिनके चित्त कठोर हैं, तू कठोर हो चुके ना, से बहना सदगुरु पास। वो सच्चे ज्ञान के साथ इरिटेट हो जाते हैं। जब तू मेरे जीवन में सच्चा ज्ञान आए पर मैं नहीं सुधरना चाहूंगा तो इरिटेट वाली बिरती हो जाती है। ना ना ए गल क्यों की जा रही है? गुरु साहब वही कहते पे ने, हर भगत भावहीनन। वो वाली भगती भाव नू सकने नानक प्रभ बिसरत। ओ रब्बी नियमावली नू बिसर दिया नानक प्रभ बिसरत ते प्रेतता। असल दे विच प्रेतता ओही ने, कल मैं प्रेत जिन राम ना पछाता। जिन्हां ने ओ रब्बी नियमावली नू नहीं समझिया, उन्हां दे जीवन दे विच जिन मानस ते देवते की नहीं आया, वो प्रेत हुंदा ना। कदी कदी कोई बच्चे डरदे ने साडे कोलों, या कोई वड्डे भी ने साडे कोलों, खास करके जिहड़ा कोई धर्म दी दुनिया विच ए आके ना साडे ते जरूर टिप्पणी करके जाए। इन्हें की असी ना की खाया है, किसी दे खान दे उत्ते, किसी दे पान दे उत्ते, किसी दे नान दे उत्ते इतनियां टिप्पणियां कीतियां धर्म दा नाम लेके कि लोग डर गए। जदों लोग डर गए, बंदा डरदा किस तों है? प्रेत तों। जदों लोग साडी हालत बन जाए, लोग कहंदे ए बंदा है ना मेरे ते कमेंट जरूर करेगा, ए बंदा है ना ए दिखाएगा कि नहीं मैं 4 बजे उठदा, तू 8 बजे उठदा, तू बड़ा पापी। गुरु साहब कहते पे ने जदों तेरी ओ बिरती बन चुकी है, तू जिन्ने बजे उठना चाहता है उठ यार, तू जिन्ना पाठ करना चाहता है कर, कौन रोकदा पे? बड़ी अच्छी गल है, उठ सवेरे, तू पाठ करना चाहते उठ। पर जदों तू दूजियां ते कमेंट करदा पे ना कि तू बड़ा उच्चा है, तू बड़ा नीवां है, लोग जदों दूर रहने की कोशिश करेंगे। ना 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 ना, तो कोविड ने एग्जांपल दी, बच्चा कोई चीज कोशिश करे, असि लेग पुलिंग करिए, असि करिए नहीं नहीं तेरी ए गलती, फिर वो बच्चा की हो जाएगा? डर जाएगा। असि की बन गए? प्रेत। पर जदों वो उन्होंने उच्चे चुकिया, यार तू जो एफर्ट कर पाया, हिम्मत देख, असि तो कर ही नहीं सकते सी, कि वो अगली बारी अच्छा करने की कोशिश करेगा कि नहीं? बस गुरु साहब कहते पे ने वो बारली प्रेत छड़ दे यार, ये जो धर्म के नाम पे भी डराया गया है, डरना छड़ दे। जब तक तू डरपोक रहेगा भूत एग्जिस्ट करेंगे। जब तक तू डरपोक रहेगा, कोई तेरे सिर पे आके बैठा रहेगा तेरे को कैश करने के लिए। डरते को डराएंगे, हलवा पूड़ी खाएंगे, बैठे रहेंगे डराने लिए। ये डरना छोड़ दे, सेल्फ इंट्रोस्पेक्शन करके मैं प्रेत ना बनूं। अपने जीवन में जब तू चात मारी, जो गुरु तेग बहादुर पातशाह अज दे शब्द विच सानू समझांदे पए ने,
ਜਦੋਂ ਤੂੰ ਆਤਮਿਕ ਤੌਰ ਤੇ ਜ਼ਿੰਦਾ ਹੋ ਗਿਆ, ਫਿਰ ਜੋ ਤੇਰੇ ਬਾਹਰਲੀ ਤੌਰ ਤੇ ਰਿਸ਼ਤੇ ਨੇ ਤੈਨੂੰ ਉਹਨਾਂ ਦੇ ਨਾਲ ਵੀ ਡੀਲ ਕਰਨਾ ਆ ਜਾਏਗਾ। ਗੁਰੂ ਸਾਹਿਬ ਕੋਈ ਬਾਹਰਲੀ ਦੁਨੀਆ ਦੀ ਗੱਲ ਨਹੀਂ ਕਰਦੇ ਪਏ, ਸਾਨੂੰ ਜੀਵਨ ਜਾਚ ਸਿਖਾਉਂਦੇ ਨੇ। ਜੇ ਤੇਰੇ ਘਰ ਵਿੱਚ ਤੇਰੀ ਦੋਸਤੀ ਦੇ ਵਿੱਚ ਪ੍ਰੋਬਲਮਸ ਆਈਆਂ ਨੇ, ਉਹਦਾ ਕਾਰਨ ਤੂੰ ਮਾਤਾ ਮਤ ਪਿਤਾ ਸੰਤੋਖ ਨਹੀਂ ਲਈਏ। ਜਦੋਂ ਉਹ ਲੈ ਲਈ ਤੈਨੂੰ ਸਮਾਜ ਦੇ ਵਿੱਚ ਜੀਣਾ ਆ ਜਾਏਗਾ। ਪ੍ਰਮੀਤ ਕੌਰ ਨੇ ਬਹੁਤ ਹੀ ਪਿਆਰ ਨਾਲ, ਬੜੇ ਹੀ ਮਿੱਠੜੇ ਅੰਦਾਜ਼ ਵਿੱਚ ਗਾਇਆ। ਗੋਬਿੰਦ ਸਿੰਘ ਨੇ, ਮੈਨੂੰ ਪਤਾ ਉਹਦੀ ਕੱਲ ਰਾਤ ਦੀ ਮਿਹਨਤ, ਕਿਉਂਕਿ ਉਹ ਕਿਸੇ ਕੰਮ ਦੇ ਚੱਕਰ ਵਿੱਚ ਕੁਝ ਅਟਕਿਆ ਹੋਇਆ ਸੀ, ਮੈਨੂੰ ਪਤਾ ਉਹਦੇ ਕਿੰਨੀ ਮਿਹਨਤ ਕੀਤੀ ਹੈ ਲੇਟ ਬੈਠ ਕੇ, ਜੋ ਉਹਨੇ ਇਤਨੇ ਬਖੂਬੀ ਢੰਗ ਨਾਲ ਪੂਰੇ ਸ਼ਬਦ ਦੇ ਅਰਥ ਸਾਨੂੰ ਬੜੇ ਅੱਛੇ ਢੰਗ ਨਾਲ ਸਮਝਾਏ ਨੇ। ਦੋਨੋਂ ਮੁਬਾਰਕ ਦੇ ਪਾਤਰ ਨੇ। शिवांश वीर जी ज्वाइन किते ने? हाँ जी। वीर जी आप प्लीज शब्द ऐड करना चाहोगे? वीर जी ने जीवन जाच ਦਾ ਖਜ਼ਾਨਾ ਦੇ ਵਿੱਚ ਇਹ ਸ਼ਬਦ ਮੇਰੇ ਖਿਆਲ ਮੈਨੂੰ ਚੇਤਾ ਨਹੀਂ ਹੈ ਪਹਿਲੀ ਵਾਲਾ ਭਾਗ ਹੈ ਕਿ ਦੂਜਾ ਸ਼ਾਇਦ ਪਹਿਲਾ ਭਾਗ ਸੀ, ਉਹਦੇ ਅੰਦਰ ਇਸ ਸ਼ਬਦ ਦੇ ਅਰਥ ਬਹੁਤ ਹੀ ਸੌਖੇ ਢੰਗ ਨਾਲ ਪਿਆਰ ਨਾਲ ਇੱਕ ਇੱਕ ਵਰਡ ਦੇ ਅਰਥ ਸਮਝਾਏ ਨੇ। ਵੀਰ ਜੀ ਆਪ ਐਡ ਕਰਨਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। जिस बच्चे ने कीता ਉਹਦਾ ਕੀ ਨਾਂ ਹੈ? ਗੋਬਿੰਦ ਸਿੰਘ। ਗੋਬਿੰਦ ਸਿੰਘ। ਤੁਸੀਂ ਪੁਸਤਕ ਤੇ ਕੋਟ ਕਰ ਦਿੱਤੀ ਹੈ, ਪਰ ਪੁਸਤਕ ਵਿੱਚ ਇਤਨਾ ਸੋਹਣਾ ਮੈਨੂੰ ਲਿਖਣਾ ਨਹੀਂ ਆਇਆ ਜਿਤਨਾ ਉਸ ਗੋਬਿੰਦ ਨੇ ਇੰਨੇ ਪਿਆਰ ਨਾਲ ਬਿਲਕੁਲ ਕੰਪੈਰੀਟਿਵ ਸਟੱਡੀ ਕਰਕੇ ਕ੍ਰਾਸ ਚੈਕਸ ਦੇ ਨਾਲ ਸਾਰਾ ਪ੍ਰੋਪਰ ਉਹਨੂੰ ਪੇਸ਼ ਕੀਤਾ ਹੈ। ਔਰ ਔਨ ਟੌਪ ਆਫ ਦੈਟ ਤੁਸੀਂ ਤੇ ਪੂਰੇ PhD ਵਾਲੇ ਅਰਥ ਕਰ ਦਿੱਤੇ ਨੇ, ਨਾਲ ਬਿਲਕੁਲ ਪ੍ਰੇਤ ਅਵਸਥਾ ਸਮਝਾਈ ਹੈ। ਔਰ ਜਿਹੜਾ ਵਿਅੰਗ ਤੁਸੀਂ ਰੱਖਿਆ ਕਿ ਉੱਥੇ ਵਾਲੇ ਦੀ ਲੈਂਗੁਏਜ ਪੰਜਾਬ ਦੇ ਪ੍ਰੇਤ ਦੀ ਪੰਜਾਬੀ ਹੁੰਦੀ ਹੈ, ਤੁਸੀਂ ਬਿਲਕੁਲ ਟੌਪਿਕ ਪੂਰਾ ਖੋਲਿਆ ਹੈ। ਮੈਂ ਤੇ ਸ਼ਾਇਦ ਉੱਥੇ ਅਰਥ ਕਰਨ ਵੇਲੇ ਨਹੀਂ ਜਸਟਿਸ ਨਹੀਂ ਕਰ ਪਾਇਆ ਸੀ, ਪਰ ਕੋਵਿਨ ਐਂਡ ਯੂ ਔਰ ਜਿਸ ਬੱਚੀ ਨੇ ਗਾਇਆ ਉਹਦਾ ਕੀ ਨਾਂ ਹੈ? ਪਰਮੀਤ ਕੌਰ। ਪਰਮੀਤ ਕੌਰ, ਬਹੁਤ ਸੋਹਣਾ ਗਾਇਆ। ਵੈਰੀ ਵੈਲ ਡਨ, ਵੈਰੀ ਨਾਈਸ। ਤੁਸੀਂ ਤੈਨੂੰ ਬਹੁਤ ਨੈਕਸਟ ਲੈਵਲ ਤੇ ਲੈ ਗਏ ਹੋ। ਵੈਰੀ ਨਾਈਸ। ਆਈ ਐਮ ਰੀਲੀ ਪ੍ਰਾਊਡ ਆਫ ਯੂ ਐਂਡ ਯੂਅਰ ਟੀਮ। ਔਰ ਇਹ ਜਿਹੜਾ ਹਰ ਸੰਡੇ ਤੁਸੀਂ ਇੱਕ ਤੋਂ ਇੱਕ ਐਟਮ ਬੰਬ ਸ਼ੋ ਕਰਦੇ ਹੋ ਨਾ, ਮੈਨੂੰ ਮਜ਼ਾ ਆ ਜਾਂਦਾ ਸੁਣ ਕੇ। ਆਈ ਹੈਵ ਨਥਿੰਗ ਟੂ ਐਡ ਐਨੀ ਮੋਰ, ਬਲਕਿ ਮੈਂ ਕੁਝ ਸਿੱਖਿਆ ਹੀ ਹਾਂ, ਕਿਉਂਕਿ ਤੁਸੀਂ ਹੋਰ ਬੜਾ ਕੁਝ ਦੋਵਾਂ ਨੇ ਉਹਦੇ 'ਚ ਐਡ ਕੀਤਾ। ਥੈਂਕਸ ਅ ਲੋਟ, ਕੀਪ ਇਟ ਅਪ।